ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 462722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਇੱਕ ਅਜਿਹੇ ਭੋਲੇ ਬਾਬੇ ਤੋਂ ਜਿਹਦੀ ਚਤੁਰਾਈ ਨੇ 122 ਜਾਣੇ ਮਰਵਾਤੇ ਤੇ ਹਲੇ ਕਈ ਜ਼ਖਮੀ ਨੇ। ਬਿਲਕੁਲ ਜੀ, ਯੂਪੀ ਦੇ ਹਾਥਰਸ ਖੇਤਰ ਦੇ ਵਿੱਚ ਹੈ ਨਾ, ਇੱਕ ਸਤਸੰਗ ਦੇ ਨਾਂ ਦੇ ਉੱਤੇ ਇਕੱਠੀ ਕੀਤੀ ਸੰਗਤ ਸ਼ਰਧਾਲੂ, ਉਹਨਾਂ ਚ ਮੱਚੀ ਭਗਦੜ, 122 ਲੋਕਾਂ ਦੀ ਜਾਨ ਲੈ ਗਏ। ਜੀ ਜੀ। ਮਤਲਬ ਚਿੱਟ ਕੱਪੜੀ ਆ ਇਹ ਆਪਣੇ ਆਪ ਨੂੰ ਭੋਲਾ ਬਾਬਾ ਕਹਾਉਣ ਵਾਲਾ ਵਿਅਕਤੀ, ਜਿਹਨੇ ਕਾਲੇ ਕੱਪੜਿਆਂ ਵਾਲੀ ਆਪਣੀ ਨਿੱਜੀ ਫੌਜ ਰੱਖੀ ਆ। ਉਹ ਇਹ ਦੱਸਦਾ ਹੈ ਕਿ ਮੈਂ ਪੁਲਿਸ ਦੇ ਵਿੱਚ ਸੀਗਾ, ਮੈਨੂੰ ਉੱਪਰੋਂ ਇਸ਼ਾਰਾ ਹੋਇਆ, ਸ਼ਕਤੀਆਂ ਮੈਨੂੰ ਪ੍ਰਮਾਤਮਾ, ਤੇ ਇਸ ਲਈ ਮੈਂ ਫਿਰ ਨੌਕਰੀ ਛੱਡਤੀ ਤੇ ਮੈਂ ਸੇਵਾ ਚ ਲੱਗ ਗਿਆ ਭਗਵਾਨ ਦੀ, ਹੈ ਨਾ। ਠੀਕ ਆ। ਸੋ ਉਹ ਹੁਣ ਚਿੱਟੇ ਕੱਪੜੇ ਪਾਉਂਦਾ, ਚਿੱਟੇ ਬੂਟ ਪਾਉਂਦਾ, ਚਿੱਟਾ ਪਹਿਰਾਵਾ ਪਾਉਂਦਾ ਤੇ ਆਪਣੀ ਧਰਮ ਪਤਨੀ ਨੂੰ ਨਾਲ ਰੱਖਦਾ ਤੇ ਉਹਦੇ ਰਾਹੀਂ ਪ੍ਰਚਾਰ ਕਰਦਾ। ਤੇ ਉਹ ਪ੍ਰਚਾਰ ਦੇ ਵਿੱਚ ਸਭ ਤੋਂ ਬੜਾ ਉਹਦੇ ਕੋਲ ਜਿਹੜਾ ਉਹ ਮਾਲ ਵਿਕਦਾ ਉਹਦਾ ਪਾਣੀ। ਅੱਛਾ। ਮਤਲਬ ਨਲਕਾ ਲੱਗਿਆ ਇੱਕ, ਉਹਦਾ ਪਾਣੀ ਪਰ ਲੋਕ ਲੈ ਕੇ ਜਾਂਦੇ ਆ, ਉਹਦੇ ਨਾਲ ਮੱਥੇ ਟਿਕਦੇ ਆ। ਸੋ ਕਰੋਨਾ ਕਾਲ ਦੇ ਵਿੱਚ ਵੀ ਇਸ ਨੇ ਮਨਜ਼ੂਰੀ ਲੈ ਕੇ ਇੱਕ ਸਤਸੰਗ ਰੱਖ ਲਿਆ ਤੇ ਕਿਹਾ ਕਿ 500 ਤੋਂ ਵੱਧ ਬੰਦਾ ਇਕੱਠਾ ਨਹੀਂ ਹੋਊਗਾ, ਤੇ ਬੰਦਾ ਉੱਥੇ ਉਦੋਂ ਵੀ 50,000 ਕਹਿੰਦੇ ਇਕੱਠਾ ਹੋ ਗਿਆ। ਉਹ ਅੱਛਾ। ਇਸ ਵਾਰ ਵੀ ਮਤਲਬ ਇਸ ਵਿਅਕਤੀ ਨੇ ਦਾਅਵਾ ਕੀਤਾ, ਉਹਦੇ ਨਾਲ ਵਾਲਿਆਂ ਨੇ ਦਾਅਵਾ ਕੀਤਾ ਕਿ ਅਸੀਂ ਤਾਂ ਮਨਜ਼ੂਰੀ ਲਈ ਸੀ ਤੇ ਮਨਜ਼ੂਰੀ ਨੇ ਤਰ੍ਹਾਂ ਕਹਿੰਦੇ ਆ ਕਿ ਜਾਣਕਾਰੀ ਸਾਨੂੰ 30,000 ਦੀ ਸੀ, ਪਰ ਮਤਲਬ ਕਿ ਕਹਿੰਦੇ 50,000 ਤੋਂ ਵੱਧ ਇਕੱਠ ਹੋ ਗਿਆ। ਤੇ ਮੌਕੇ ਦੇ ਲੋਕ ਜਿਹੜੇ ਪੀਛੇ ਦੱਸਦੇ ਨੇ ਕਿ 70-80,000 ਤੋਂ ਉੱਪਰ ਲੋਕ ਸੀਗੇ। ਸੋ ਸਵਾਲ ਇਕੱਲੇ ਭੋਲੇ ਬਾਬੇ ਦਾ ਨੀਗਾ, ਜਿਹੜਾ ਸਤਸੰਗ ਦੇ ਨਾਂ ਤੇ ਲੋਕਾਂ ਨੂੰ ਇਕੱਠਿਆਂ ਕਰਦਾ ਤੇ ਫਿਰ ਉਹਨਾਂ ਚ ਭਰਮ ਪੈਦਾ ਕਰਦਾ। ਸਵਾਲ ਸਿਸਟਮ ਦਾ ਵੀ ਹੈ ਕਿ ਜੇ ਐਡਾ ਬੜਾ ਇਕੱਠ ਸੀ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਬਣਦੀ ਸੀ, ਪ੍ਰਬੰਧਾਂ ਦੀ ਜ਼ਿੰਮੇਵਾਰੀ ਕੀ ਬਣਦੀ ਸੀ, ਕਿ ਉਹਨਾਂ ਦੀ ਨਜ਼ਰਸਾਨੀ ਸੀ ਇਸ ਮਸਲੇ ਤੇ, ਖਾਸ ਕਰ ਉਸ ਘਟਨਾ ਦੇ ਵਾਪਰਨ ਤੋਂ ਬਾਅਦ। ਮੈਂ ਪ੍ਰਵੀਨ ਜੀ, ਹੋਇਆ ਕਿ ਜਦੋਂ ਬਾਬਾ ਸਤਸੰਗ ਨਿਬੇੜ ਕੇ ਸੰਗਤ ਦੇ ਵਿੱਚੋਂ, ਕਿਉਂਕਿ ਇਹ ਵੀ ਇੱਕ ਤਰੀਕਾ ਕਿ ਭੀੜ ਚੋਂ ਲੈ ਕੇ ਜਾਓ ਤਾਂ ਕਿ ਲੋਕ ਪੈਰੀ ਹੱਥ ਲਾਉਂਦੇ ਆ, ਕੁਛ ਕਰਦੇ ਆ, ਤੇ ਭੀੜ ਦੇ ਵਿੱਚ ਮਤਲਬ ਬਾਬੇ ਦੇ ਪੈਰਾਂ ਦੀ ਮਿੱਟੀ ਚੱਕਣ ਦੇ ਚੱਕਰ ਚ ਲੋਕ ਮਗਰ ਹੋਲੇ। ਓਹੋ। ਤੇ ਉਧਰ ਇਹ ਜਿਹੜਾ ਪਾਣੀ ਲੋਕ ਲੈ ਕੇ ਜਾਂਦੇ ਆ ਨਲਕਿਆਂ ਦਾ ਭਰ ਕੇ, ਜਿਹਦੇ ਬਦਲੇ ਇਹਨਾਂ ਨੂੰ ਨੋਟਾਂ ਦਾ ਢੇਰ ਲੱਗਦਾ ਹੈ, ਉਹ ਪਾਣੀ ਦਾ ਫਿਰ ਸੰਗਤ ਤੇ ਛਿੜਕਾਅ ਵੀ ਕੀਤਾ ਜਾਂਦਾ। ਇੱਕ ਪਾਸੇ ਉਹ ਛਿੜਕਾਅ ਚੱਲ ਰਿਹਾ, ਦੂਏ ਪਾਸੇ ਮਿੱਟੀ ਚੱਕਣ ਦੇ ਲਈ ਮਤਲਬ ਖਿੱਚੋਤਾਣ ਹੋ ਗਈ, ਤੇ ਉਹ ਖਿੱਚੋਤਾਣ ਚ ਭਗਦੜ ਮਚ ਗਈ, ਤੇ ਭਗਦੜ ਦੇ ਵਿੱਚ 122 ਲੋਕ ਮਾਰੇ ਗਏ, ਜਿਨ੍ਹਾਂ ਦੇ ਵਿੱਚ 100 ਤੋਂ ਵੱਧ ਬੀਬੀਆਂ ਨੇ। 122 ਚ 100 ਤੋਂ ਵੱਧ ਬੀਬੀਆਂ ਨੇ, 7 ਦੇ ਕਰੀਬ ਬੱਚੇ ਨੇ। ਸੋ ਇਸ ਸਥਿਤੀ ਨੂੰ ਧਿਆਨ ਚ ਰੱਖਦੇ ਆ ਕਿ ਛੋਟੇ ਮਤਲਬ ਘੱਟ ਉਮਰ ਦੇ ਨੇ, ਪਰ ਘਟਨਾ ਤੋਂ ਬਾਅਦ ਪ੍ਰਸ਼ਾਸਨ ਕੋਲ, ਪੁਲਿਸ ਕੋਲ, ਡਾਕਟਰਾਂ ਕੋਲ ਕਿਸੇ ਕੋਲ ਇਤਲਾਹ ਜਾਂ ਜਾਣਕਾਰੀ ਨਹੀਂ ਸੀ ਕਿ ਕੁੱਲ ਮੌਤਾਂ ਕਿੰਨੀਆਂ ਹੋਈਆਂ ਨੇ। ਠੀਕ ਹੈ ਜੀ। ਕਹਿੰਦੇ ਕਿ 80 ਤੋਂ 90 ਲਾਸ਼ਾਂ ਹਸਪਤਾਲ ਪਹੁੰਚੀਆਂ ਤਾਂ ਉੱਥੋਂ ਅੰਦਾਜ਼ਾ ਲਾਇਆ। ਬਾਕੀ ਉੱਥੇ ਮੀਡੀਆ ਕਰਮੀਆਂ ਨੇ ਖੁਦ ਸੜਕਾਂ ਤੇ ਟੈਂਪੂਆਂ ਚ ਪਈਆਂ ਲਾਸ਼ਾਂ ਗਿਣ ਕੇ ਇਹ ਆਂਕੜੇ ਸਾਹਮਣੇ ਲੈਂਦੇ ਕਿ 122 ਤੋਂ ਵੱਧ ਮੌਤਾਂ। ਅੱਛਾ। ਮਤਲਬ ਉੱਥੇ ਪੁਲਿਸ ਖੜੀ ਰਹੀ, ਅਫਸਰ ਖੜੇ ਰਹੇ, ਪ੍ਰਸ਼ਾਸਨ ਦੇ ਨੁਮਾਇੰਦੇ ਖੜੇ ਰਹੇ, ਪਰ ਲਾਸ਼ਾਂ ਚੱਕਣ ਵਾਲਾ ਕੋਈ ਨਹੀਂ ਸੀ। ਜਿਹੜੇ ਟੈਂਪੂ ਚ, ਜਿਹੜੇ ਰਿਕਸ਼ੇ ਤੇ, ਜਿਹੜੇ ਰੇਹੜੀ ਦੇ ਉੱਤੇ ਜ਼ਖਮੀਆਂ ਨੂੰ ਪਾਇਆ ਜਾ ਰਿਹਾ ਸੀ, ਉਸੇ ਦੇ ਵਿੱਚ ਲਾਸ਼ਾਂ ਢੋਈਆਂ ਜਾ ਰਹੀਆਂ ਸੀ ਇੱਕੋ ਚ ਨਾਲੇ, ਪਤਾ ਹੀ ਨਹੀਂ ਕਿ ਕਿਹੜੀ ਲਾਸ਼ ਹੈ ਤੇ ਕਿਹੜਾ ਜ਼ਖਮੀ।
ਸੋ ਇਸ ਸਥਿਤੀ ਦੇ ਵਿੱਚ ਇਹ ਉਸ ਸਮੇਂ ਗੱਲ ਕਰ ਰਹੇ ਹਾਂ ਜਦੋਂ ਯੋਗੀ ਰਾਜ ਦੀ ਦੂਜੀ ਟਰਮ ਹੈ, ਤੇ ਅਜੇ ਤੱਕ ਤੁਹਾਡੇ ਕੋਲ ਸਿਹਤ ਸਿਸਟਮ, ਕੰਟਰੋਲ ਸਿਸਟਮ ਕੋਈ ਕਿਤੇ ਕੁਛ ਨਹੀਂਗਾ। ਸੋ ਪਰ ਇਸ ਘਟਨਾ ਨੇ ਇੱਕ ਵਾਰ ਫੇਰ ਬਾਬਿਆਂ ਦੇ ਕਾਰਿਆਂ ਦੀ ਪੋਲ ਵੀ ਖੋਲ੍ਹਤੀ। ਅੱਜ ਦੇ ਜਿਹੜੇ ਪਖੰਡੀ ਬਾਬੇ ਨੇ ਉਹਨਾਂ ਦੇ ਮਤਲਬ ਇੱਥੇ ਅਜੇ ਵੀ ਸਰਸੇ ਵਾਲੇ ਬਾਬੇ ਨੂੰ ਮਤਲਬ ਜੇਲ੍ਹ ਦੇ ਵਿੱਚ ਔਰ ਕਿਹੋ ਜਿਹੇ ਮਾਮਲਿਆਂ 'ਚ ਉਹ ਜਾਣਦਿਆਂ ਹੋਇਆਂ ਵੀ ਹੈ ਨਾ, ਉਹਦੇ ਬਾਹਰ ਰੱਖੜੀਆਂ ਦੇ ਉੱਤੇ ਟਾਟਾ 407 ਟੈਂਪੂ ਭਰ ਕੇ ਜਾਂਦੇ ਆ। ਉਹ ਅੱਛਾ ਹੈ, ਉਹ ਆਸ਼ਾਰਾਮ ਬਾਪੂ ਤੇ ਉਹਦਾ ਮੁੰਡਾ ਕਿਹੋ ਜਿਹੇ ਮਾਮਲਿਆਂ 'ਚ ਅੰਦਰ ਆ, ਅਜੇ ਵੀ ਲੋਕ ਜਾ ਕੇ ਸਵੇਰੇ ਜੇਲ੍ਹ ਦੇ ਬਾਹਰ ਪਾਣੀ ਚੜਾ ਕੇ ਮੱਥੇ ਟੇਕੀ ਜਾਂਦੇ ਆ। ਸੋ ਇਸ ਸਥਿਤੀ ਦੇ ਵਿੱਚ ਇਸ ਬਾਬੇ ਦੇ ਹਵਾਲੇ ਨਾਲ ਵੀ ਇਹ ਕਹਿੰਦਾ ਮੈਂ BRS ਲਈ ਸੀ ਪੁਲਿਸ ਤੋਂ, ਪਰ ਰਿਪੋਰਟਾਂ ਦੱਸਦੀਆਂ ਕਿ ਭਾਈ ਇਹਨੂੰ ਪੁਲਿਸ ਡਿਪਾਰਟਮੈਂਟ ਯੂਪੀ ਚੋਂ ਕੱਢਿਆ ਗਿਆ ਸੀਗਾ ਕਿਉਂਕਿ ਉੱਥੇ ਇਹਦੇ ਉੱਤੇ ਸਰੀਰਕ ਸ਼ੋਸ਼ਣ ਦਾ ਇੱਕ ਕੇਸ ਹੋ ਗਿਆ ਸੀ ਬੀਬੀ ਨਾਲ। ਤੇ ਅੱਜ ਦੀ ਤਰੀਕ 'ਚ ਜਦੋਂ ਇਹ ਆਪਣੇ ਆਪ ਨੂੰ ਭੋਲਾ ਬਾਬਾ, ਚਿੱਟ ਕਪੜੀਆ ਬਾਬਾ ਕਹਾਉਂਦਾ ਤਦ ਇਹਦੇ ਪਰ ਸਰੀਰਕ ਸ਼ੋਸ਼ਣ ਦੇ 5 ਕੇਸ ਚੱਲਦੇ। ਇਹ ਤਾਂ ਇਹਨਾਂ ਦੇ ਚਿਹਰੇ ਮੋਹਰੇ ਜੀ ਬਿਲਕੁਲ। ਸੋ ਮਤਲਬ ਇਹ ਉਹ ਹੈ ਜਿਹੜੇ ਕੇਸ ਦਰਜ ਹੋ ਗਏ ਪਰ ਕਾਰਵਾਈ ਕਿਉਂ ਨਹੀਂ ਹੋਈ, ਜਾਂ ਹੋਰ ਅਜੇ ਕਿੰਨੇ ਮਾਮਲੇ ਜਿਹੜੇ ਕਿਉਂਕਿ ਇਹਨਾਂ ਦੀ ਸਟੇਜ ਦੇ ਉੱਤੇ ਹਰ ਯੂਪੀ ਦਾ ਬੜਾ ਲੀਡਰ ਸਟੇਜ ਤੇ ਚੜਿਆ ਇਹਨਾਂ ਦੀ। ਠੀਕ ਹੈ, ਮਸਲਾ ਉਹੀ ਵੋਟ ਬੈਂਕ ਵਾਲਾ ਨਾ। ਸੋ ਇਸ ਲਈ ਰਾਜਨੀਤਿਕ ਆਸ਼ੀਰਵਾਦ ਇਹਨਾਂ ਨੂੰ ਵੀ ਹੁੰਦਾ ਤੇ ਆਪਣਾ ਆਸ਼ੀਰਵਾਦ ਰਾਜਨੀਤਿਕ ਧਿਰਾਂ ਨੂੰ ਵੀ ਦਿੰਦੇ ਆ। ਸੋ ਇਸ ਘਟਨਾ ਤੋਂ ਬਾਅਦ ਵੀ ਕਿਸੇ ਨੇ ਸਿੱਖਿਆ ਲੈਣ ਦੀ ਮੈਨੂੰ ਲੱਗਦਾ ਕੋਸ਼ਿਸ਼ ਨਹੀਂ ਕੀਤੀ, ਪਰ ਇਸ ਘਟਨਾ ਨੇ ਸਿਸਟਮ ਦੀ, ਸਿਹਤ ਹਵਾਲਿਆਂ ਦੀ, ਪ੍ਰਸ਼ਾਸਨਿਕ ਪਕੜ ਦੀ, ਉਹਦੀ ਵੀ ਪੋਲ ਖੋਲ ਕੇ ਰੱਖ ਦਿੱਤੀ। ਔਰ ਇਹ ਗਿਣਤੀ ਵਧਣ ਦਾ ਖਤਰਾ ਹੈਗਾ ਕਿਉਂਕਿ ਸੈਂਕੜੇ ਲੋਕ ਜ਼ਖਮੀ ਨੇ ਜਿਹੜੇ ਹਸਪਤਾਲ ਜੇਰੇ ਇਲਾਜ ਨੇ, ਇੱਕ ਮੰਜਿਆਂ ਤੇ 3 ਪਾਉਣੇ ਪਏ ਨੇ। ਇਹ ਹਾਲਤ ਹੈ ਯੂਪੀ ਦੇ ਵਿੱਚ। ਜੀ ਬਿਲਕੁਲ। ਤੁਸੀਂ ਦੇਖੋ ਸਜ਼ਾ ਯਾਫਤਾ ਬੰਦਿਆਂ ਨੂੰ ਲੋਕ ਰੱਬ ਬਣਾਈ ਬੈਠੇ ਆ, ਜਿਹੜੇ ਬੰਦੇ ਕਾਨੂੰਨ ਦੀ ਨਜ਼ਰ ਦੇ ਵਿੱਚ ਗੁਨਾਹਗਾਰ ਨੇ, ਉਹਨਾਂ ਨੇ ਕੋਈ ਕ੍ਰਾਈਮ ਕੀਤਾ, ਕੁਛ ਕੀਤਾ। ਔਰ ਦੂਜੀ ਗੱਲ ਇਹ ਹੈ ਕਿ ਠੀਕ ਹੈ ਚਲੋ ਧਾਰਮਿਕ ਆਸਥਾ ਲੋਕਾਂ ਦੀ ਹੈ, ਪਰ ਧਾਰਮਿਕ ਆਸਥਾ ਇੱਕ ਧਰਮ ਵਿਸ਼ੇਸ਼ ਤੱਕ ਤਾਂ ਠੀਕ ਹੈ, ਪਰ ਜਦੋਂ ਆਪਾਂ ਬੰਦੇ ਨੂੰ ਰੱਬ ਬਣਾਉਣ ਤੁਰ ਪੈਂਦੇ ਆ ਉਦੋਂ ਫਿਰ ਤੇ ਕਿਹੜੀ ਧਾਰਮਿਕ ਸਾਡੀ ਆਸਥਾ ਰਹਿ ਗਈ। ਉਹ ਤਾਂ ਸਾਡਾ ਅੰਧ ਵਿਸ਼ਵਾਸ ਦੇ ਵਿੱਚ ਅਸੀਂ ਅੰਨੇ ਹੋ ਗਏ ਤੇ ਉਸੇ ਮਗਰ ਲੱਗ ਤੁਰੇ ਜਿਵੇਂ ਉਹ ਕਹਿੰਦਾ। ਔਰ ਇਹ ਇੱਕ ਨੀਗਾ ਸ਼ਰਮਾ ਜੀ, ਬਥੇਰੇ ਨੇ ਇੱਥੇ ਮੇਰਾ ਖਿਆਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਣੇ ਪੂਰੇ ਭਾਰਤ ਦੇ ਵਿੱਚ ਗਿਣਨੇ ਹੋਣ। ਤੇ ਇੱਥੋਂ ਵੀ ਪਤਾ ਲੱਗਦਾ ਵੀ ਜਿਹੜੀ ਅਸਲ ਦੇ ਵਿੱਚ ਜਦੋਂ ਸਟੇਜਾਂ ਦੇ ਉੱਤੇ ਵੱਡੇ ਆਗੂ ਚੜ੍ਹਦੇ ਆ ਨਾ, ਫਿਰ ਤਾਂ ਆਮ ਬੰਦਾ ਕੀ ਸੋਚਦਾ ਕਿ ਉਹਦੇ ਵਿਰੁੱਧ ਕੋਈ SHO ਜਾਂ ਕੋਈ ASI DSP ਕੇਸ ਦਰਜ ਕਰ ਲੂਗਾ, ਉਹਦੀ ਜ਼ਰੂਰਤ ਹੀ ਨਹੀਂ। ਹਾਂਜੀ, ਇਹੀ ਗੱਲ। ਅਗਲੀ ਖਬਰ ਦੇ ਵੱਲ ਵਧ ਗਏ ਤੇ ਰੁਖ ਕਰੀਏ ਜਲੰਧਰ ਪੱਛਮੀ ਚੋਣ ਦਾ। ਇੱਕ ਨਾ ਗਾਣਾ ਵੈਸੇ ਇੱਥੇ ਲਾਗੂ ਤਾਂ ਨਹੀਂ ਹੋ ਸਕਦਾ, ਪਰ ਯਾਦ ਜ਼ਰੂਰ ਆ ਜਾਂਦਾ ਰਾਜ ਬਰਾੜ ਦਾ, ਨਿੱਤ ਰੰਗ ਬਦਲਦੇ ਮੇਰੇ ਜੇਠ ਦੀਆਂ ਦਸਤਾਰਾਂ ਦੇ। ਤੇ ਰੰਗ ਕੱਲੀਆਂ ਦਸਤਾਰਾਂ ਦੇ ਨਹੀਂ, ਚੁੰਨੀਆਂ ਦੇ ਵੀ ਕਈ ਵਾਰੀ ਬਦਲ ਜਾਂਦੇ। ਜੇ ਬੀਬੀਆਂ ਪਾਰਟੀ ਬਦਲ ਲੈਣ ਤਾਂ ਫਿਰ ਉਹੋ ਜਿਹੇ ਮੁਤਾਬਕ, ਮਾਹੌਲ ਦੇ ਮੁਤਾਬਕ। ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਆਪਾਂ ਗੱਲ ਖੁੱਲ੍ਹ ਕੇ ਕੀਤੀ ਸੀ ਚੰਡੀਗੜ੍ਹ ਤੋਂ ਬਾਅਦ। ਹੁਣ ਇੱਥੇ ਉਹਨਾਂ ਨੇ ਆਪਣੇ ਚੋਣ ਨਿਸ਼ਾਨ ਤੋਂ ਪਾਸਾ ਵੱਟਿਆ। ਕੱਲ੍ਹ ਹੀ ਸ਼ਾਇਦ ਤੁਸੀਂ ਜ਼ਿਕਰ ਕਰ ਰਹੇ ਸੀਗੇ, ਬੀਬੀ ਸਰਜੀਤ ਕੌਰ ਨੂੰ ਚੰਗਾ ਸਮਰਥਨ ਮਿਲ ਰਿਹਾ ਸੀਗਾ ਇਸ ਗੱਲ ਤੇ ਕਿ ਇਹਨਾਂ ਤੋਂ ਬਾਦਲ ਪਰਿਵਾਰ ਨੇ ਮੂੰਹ ਮੋੜ ਲਿਆ। ਲੋਕਾਂ ਨੇ ਜਾਂ ਪੰਜਾਬ ਦੇ ਜਿਹੜੇ ਇੰਟੈਲੈਕਚੁਅਲ ਲੋਕ ਨੇ, ਪੰਜਾਬ ਦੇ ਜਿਹੜੇ ਸਰਗਰਮ ਲੋਕ ਨੇ, ਉਹਨਾਂ ਨੇ ਕਿਹਾ ਕਿ ਬੀਬੀ ਦੇ ਨਾਲ ਖੜਨਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ। ਫਿਰ ਕੀ ਹੋਇਆ, ਚੋਣ ਨਿਸ਼ਾਨ ਤਾਂ ਚਲੋ ਪੰਥ ਕੀ ਹੈ, ਚਲੋ ਤੱਕੜੀ ਹੋਈ ਹੈ ਨਾ, ਪਰ ਪਤਾ ਨਹੀਂ ਅਚਨਚੇਤ ਕੀ ਕੁਛ ਵਾਪਰਿਆ ਐਸਾ ਕਿ ਭਗਵੰਤ ਮਾਨ ਸਾਹਿਬ ਨੇ ਸ਼ਮੂਲੀਅਤ ਕਰਾ ਲਈ, ਆਮ ਆਦਮੀ ਪਾਰਟੀ ਦੇ ਵਿੱਚ ਆ ਗਏ। ਉਸ ਤੋਂ ਬਾਅਦ ਕੁਛ ਹੀ ਘੰਟੇ, ਇੱਕ ਪੈਰ ਵੀ ਸ਼ਾਇਦ ਮਸਾਂ ਟੱਪਿਆ ਹੋਣਾ ਕਿ ਵਾਪਸੀ ਕਰ ਲਈ। ਕਿ ਸਾਡੇ ਸਿਆਸੀ ਆਗੂ ਸ਼ਰਮਾ ਜੀ ਇੰਨੇ ਏਜੰਡੇ ਵਿਹੂਣੇ ਹੋ ਚੁੱਕੇ ਹੈ ਕਿ ਪੈਰ ਤੇ ਉਹਨਾਂ ਨੂੰ ਲੱਗਦਾ ਨਹੀਂ ਆਹ ਸਹੀ ਹੈ, ਨਹੀਂ ਉਹ ਸਹੀ ਹੈ, ਨਹੀਂ ਆਹ ਸਹੀ ਹੈ। ਮਤਲਬ ਉਹਨਾਂ ਦੀ ਹਾਲਤ ਮੇਲੇ ਦੇ ਵਿੱਚ ਫਿਰਦੇ ਇੱਕ ਜਵਾਕ ਵਾਂਗ ਹੋ ਗਈ ਹੈ, ਜਿਹੜੇ ਖਿਡੌਣੇ ਵੇਖ ਕੇ ਬਦਲ ਲੈਂਦਾ ਵੀ ਆਹ ਲੈਣਾ ਤੇ ਉਹ ਲੈਣਾ ਤੇ ਆਹ ਲੈਣਾ। ਜੀ ਸਵਾਲ ਬਹੁਤ ਵੱਡਾ ਹੈ ਜੀ, ਇਹ ਇਕੱਲੇ ਸਰਜੀਤ ਕੌਰ ਦੇ ਹਵਾਲੇ ਨਾਲ ਸਵਾਲ ਨਹੀਂ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਇਹ ਸਾਡੇ ਸਮੁੱਚੇ ਵੱਖ-ਵੱਖ ਦਲਾਂ ਦੇ ਹਵਾਲੇ ਨਾਲ ਸਿਆਸੀ ਕਿਰਦਾਰ ਦਾ ਸਵਾਲ, ਸਿਆਸੀ ਕਿਰਦਾਰ ਦਾ। ਔਰ ਇਹ ਸੁਸ਼ੀਲ ਰਿੰਕੂ, ਰਾਜਕੁਮਾਰ ਚੱਬੇਵਾਲ, ਗੁਰਪ੍ਰੀਤ ਜੀ, ਸਾਰਿਆਂ ਤੇ ਲਾਗੂ ਹੁੰਦਾ ਹੈ। ਸਾਰਿਆਂ ਤੇ ਲਾਗੂ ਹੁੰਦਾ ਇਹ। ਤਾਜ਼ੇ ਘਟਨਾਕ੍ਰਮ ਆਪਾਂ ਗੱਲ ਕਰਦੇ ਰਹੇ ਕਿ 12 ਦਲ ਬਦਲ ਨੂੰ ਟਿਕਟਾਂ ਭਾਜਪਾ ਚ ਇੰਨੇ ਹੈ ਨਾ, ਉਹ ਸਾਰਾ। ਤੇ ਜਲੰਧਰ ਇਹਦਾ ਕੇਂਦਰ ਬਣ ਗਿਆ ਇੱਕ ਤਰ੍ਹਾਂ ਨਾਲ। ਹਾਂ ਹਾਂਜੀ, ਜਲੰਧਰ ਤਾਂ ਗੜ੍ਹ ਬਣ ਗਿਆ, ਰਾਜਧਾਨੀ ਬਣ ਗਿਆ। ਹਾਂ, ਦਲ ਬਦਲੂਆਂ ਦੀ ਰਾਜਧਾਨੀ ਬਣ ਗਈ ਤੇ ਦਲ ਬਦਲੂਆਂ ਨੂੰ ਪਰਨੇ ਪਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਆਪੇ ਜਾ ਕੇ ਬਹਿ ਗਏ ਉੱਥੇ, ਆ ਜਾਓ ਉਰੇ ਹੀ ਆਈ ਜਾਓ, ਤੁਹਾਨੂੰ ਚੰਡੀਗੜ੍ਹ ਵੀ ਆਉਣ ਦੀ ਲੋੜ ਨਹੀਂ। ਜਲੰਧਰ ਦੇ ਵਿੱਚ, ਜਲੰਧਰ ਪੱਛਮੀ ਤੋਂ ਅਕਾਲੀ ਦਲ ਨੇ ਸਰਜੀਤ ਕੌਰ ਨੂੰ 5 ਮੈਂਬਰੀ ਕਮੇਟੀ ਦੇ ਹਵਾਲੇ ਨਾਲ ਉਮੀਦਵਾਰ ਐਲਾਨਿਆ। ਹਾਂਜੀ, ਸਰਜੀਤ ਕੌਰ ਇੱਕ MC ਰਹੇ ਨੇ ਤੇ ਅਕਾਲੀ ਦਲ ਨਾਲ ਲਗਾਤਾਰ ਜੁੜੇ ਰਹੇ ਨੇ, ਪੰਥਕ ਪਰਿਵਾਰ ਤੁਸੀਂ ਕਹਿ ਸਕਦੇ ਹੋ। ਹਾਂਜੀ ਹਾਂਜੀ, ਬਿਲਕੁਲ।
ਪੁਰਾਣਾ ਅਕਾਲੀ ਦਲ ਨਾਲ ਪੁਰਾਣਾ, ਜੁੜਿਆ ਪਰਿਵਾਰ ਹੈ ਔਰ ਲਗਾਤਾਰ ਉਹਦੇ ਨਾਲ ਤੁਰਿਆ ਆਉਂਦਾ। ਇਹ ਪਰਿਵਾਰ ਦਾ ਉੱਥੇ ਕਿਸੇ ਸਮੇਂ ਠੀਕ ਠਾਕ ਆਪਣਾ ਕਾਰੋਬਾਰ ਸੀ, ਜਿਹੋ ਜਿਹੇ ਉੱਥੇ ਮਤਲਬ ਕਾਰੋਬਾਰ ਚੱਲਦੇ ਨੇ, ਚਾਹੇ ਉਹ ਚਮੜੇ ਦਾ ਉਦਯੋਗ ਹੋਵੇ, ਚਾਹੇ ਉਹ ਖੇਡਾਂ ਨਾਲ ਸੰਬੰਧਿਤ ਹੋਵੇ, ਉਹਨਾਂ ਦਾ ਵੀ ਆਪਣਾ ਇੱਕ ਉਦਯੋਗ ਸੀ, ਛੋਟਾ ਉਦਯੋਗ ਜਿਹੜੇ ਹੈਗੇ। ਪਰ ਉਹ ਚ ਅਜਿਹਾ ਘਾਟਾ ਪਿਆ ਕਿ ਉਹ ਸਾਰਾ ਕੁਝ ਬੰਦ ਹੋ ਗਿਆ ਤੇ ਇਹ ਬੀਬੀ ਲਗਾਤਾਰ ਐਮਸੀ ਜਿੱਤਣ ਦੇ ਬਾਵਜੂਦ ਵੀ ਇਹ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੈ ਔਰ ਕਿਰਾਏ ਦੇ ਘਰ ਚ ਰਹਿੰਦਾ। ਮਤਲਬ ਜੇ ਐਮਸੀ ਹੁੰਦਿਆਂ ਵੀ ਉਹਨੇ ਆਪਣਾ ਮਕਾਨ ਨਹੀਂ ਬਣਾਇਆ, ਕੁਝ ਨਹੀਂ ਬਣਾਇਆ, ਇਹਦਾ ਮਤਲਬ ਇਮਾਨਦਾਰੀ ਵਾਲਾ ਪੱਲਾ ਜੇ ਫੜਿਆ ਹੋਇਆ। ਬਿਲਕੁਲ ਸਹੀ ਹੈ ਜੀ, ਇਹ ਪਹਿਲੂ ਹੈਗਾ। ਕਹਿ ਸਕਦੇ ਕੀ ਉਹਦੀ ਇਸ ਆਰਥਿਕ ਕਮਜ਼ੋਰੀ ਦਾ ਫਾਇਦਾ ਉਠਾਇਆ ਗਿਆ? ਕੀ ਉਹਦੀ ਸਿਆਸਤ ਦੇ ਵਿੱਚ ਲਿਆ ਕੇ ਉਹਨੂੰ ਪਿੰਡ ਦੇ ਵਿੱਚ ਖੜਾ ਕਰਕੇ ਕੱਲਿਆਂ ਛੱਡ ਦੇਣ ਦਾ ਫਾਇਦਾ ਚੱਕਿਆ ਗਿਆ? ਕੀ ਉਸ ਨੂੰ ਇਹ ਡਰ ਪੈਦਾ ਕਰਕੇ ਆਮ ਆਦਮੀ ਪਾਰਟੀ ਨਾਲ ਲੈ ਕੇ ਕਿ ਬੀਬੀ ਤੇਰੇ ਤਾਂ ਕੋਈ ਵੱਟਿਆ ਨਹੀਂ ਬਣਨਾ, ਜਦੋਂ ਮਿਲ ਕੇ ਲੜੇ ਸੀ ਤਾਂ ਵੀ 2900 ਵੋਟਾਂ ਪਈਆਂ ਸੀ ਜਲੰਧਰ ਪੱਛਮੀ ਚ ਅਕਾਲੀ ਦਲ ਨੂੰ, ਤਾਂ ਹੁਣ ਕੀ ਪਊਗਾ, ਸਾਡੇ ਕੰਨੀ ਆ ਜਾ? ਕਿਹੜਾ ਪਹਿਲੂ ਸੀ ਜਿਹੜਾ ਬੀਬੀ ਨੂੰ ਮਜਬੂਰ ਕਰ ਗਿਆ ਉੱਧਰ ਲਿਜਾਣ ਲਈ? ਕਿਉਂਕਿ ਅਕਾਲੀ ਦਲ ਨੇ ਉਮੀਦਵਾਰ ਤਾਂ ਐਲਾਨਤਾ, ਕਾਗਜ਼ ਤਾਂ ਭਰਾ ਤੇ, ਪਰ ਕਾਗਜ਼ ਵਾਪਸੀ ਦੇ ਸਮੇਂ ਸੁਖਬੀਰ ਬਾਦਲ ਵਾਲਾ ਧੜਾ ਬੀਬੀ ਨੂੰ ਬਿਨਾਂ ਦੱਸਿਆ ਕਾਗਜ਼ ਵਾਪਸ ਲੈਣ ਚਲਾ ਗਿਆ ਸੀ, ਆਪੇ ਸਾਈਨ ਕਰਕੇ ਕਿ ਬੀਬੀ ਨੇ ਜੀ ਸਾਨੂੰ ਦਿੱਤੀ ਅਥਾਰਟੀ। ਇਹ ਡਰਾਮਾ ਹੋਇਆ ਉੱਥੇ। ਉਹ ਤਾਂ ਇਸ ਪਰਿਵਾਰ ਨੂੰ ਪਤਾ ਲੱਗ ਗਿਆ, ਸੁਰਜੀਤ ਕੌਰ ਦੇ ਉਹਨਾਂ ਮੌਕੇ ਤੇ ਪਹੁੰਚ ਗਏ, ਉਹਨਾਂ ਨੇ ਪੁੱਛਿਆ ਤੁਸੀਂ ਕਾਗਜ਼ ਵਾਪਸ ਲੈ ਰਹੇ ਹੋ? ਕਹਿੰਦੇ ਨਹੀਂ ਜੀ। ਤੇ ਫਿਰ ਉਹ ਕਾਗਜ਼ ਬਚੇ ਜੀ। ਪਰ ਉਸ ਤੋਂ ਬਾਅਦ ਅਕਾਲੀ ਦਲ ਜਦੋਂ ਦੋ ਧੜਿਆਂ 'ਚ ਵੰਡਿਆ ਗਿਆ, ਉਹ ਸਾਹਮਣੇ ਆ ਗਿਆ, ਇੱਕ ਪਾਸੇ ਜਗੀਰ ਕੌਰ ਬਡਾਲਾ ਔਰ ਚੰਦੂ ਮਾਜਰੇ ਹੋਣੀ ਕਹਿੰਦੇ ਅਸੀਂ ਬੀਬੀ ਦੇ ਨਾਲ, ਦੂਏ ਪਾਸੇ ਕਹਿੰਦੇ ਅਸੀਂ ਤਾਂ ਹਾਥੀ ਨਾਲ ਜਾਣਾ, ਸੁਖਬੀਰ ਬਾਦਲ ਵਾਲਾ ਗਰੁੱਪ ਕਹਿੰਦਾ। ਸੋ ਇਸ ਨੇ ਕਿਤੇ ਨਾ ਕਿਤੇ ਤਾਂ ਉਮੀਦਵਾਰ ਦਾ ਮਨੋਬਲ ਤੋੜਿਆ ਹੋਣਾ ਨਾ, ਕਿਤੇ ਨਾ ਕਿਤੇ ਨੂੰ ਢਾਲ ਲਾਈ ਹੋਣੀ ਨਾ। ਤੇ ਇਸ ਟੁੱਟੇ ਮਨੋਬਲ ਦੀ, ਆਰਥਿਕ ਦੀ, ਰਾਜਨੀਤਿਕ ਕਮਜ਼ੋਰੀ ਦੀ ਫਾਇਦਾ ਚੱਕਣ ਦੇ ਵਿੱਚ ਮਹਾਰਤ ਹੈਗੀ ਆਮ ਆਦਮੀ ਪਾਰਟੀ ਕੋਲ। ਜੀ। ਪਰ ਮੈਂ ਕਹਿੰਦਾ ਕਿ ਸੁਰਜੀਤ ਕੌਰ ਦੀ ਤਾਂ ਸ਼ਾਮ ਨੂੰ ਅਕਾਲੀ ਦਲ ਨੇ ਵਾਪਸੀ ਕਰਾ ਲਈ, ਚਲੋ ਇਹ ਉਹਨਾਂ ਦੇ ਲੀਡਰਾਂ ਦੀ, ਜਗੀਰ ਕੌਰ ਹੋਰਾਂ ਦੀ ਹਿੰਮਤ ਆ, ਹੈ ਨਾ। ਤੇ ਪਰ ਇਹਦੇ ਨਾਲ ਸਵਾਲ ਤਾਂ ਸੁਰਜੀਤ ਕੌਰ ਤੇ ਵੀ ਖੜਾ ਹੋ ਗਿਆ ਕਿ ਬਾਬੀ ਸਵੇਰੇ ਦਲ ਬਦਲੀ, ਸ਼ਾਮ ਨੂੰ ਘਰ ਵਾਪਸੀ, ਇਹ ਕਿਹੜਾ ਖੇਲ ਹੈ? ਤੇ ਤੁਸੀਂ ਬਿਲਕੁਲ ਦਰੁਸਤ ਫਰਮਾਇਆ, ਬੀਬੀ ਸੈਂਟਰ 'ਚ ਆ ਗਈ ਸੀ, ਬੇਸ਼ੱਕ ਜੇਤੂ ਵਾਲਿਆਂ 'ਚ ਨਾ ਆਉਂਦੀ, ਪਰ ਮੁਕਾਬਲੇ 'ਚ ਸੀ। ਹਾਂਜੀ ਬਿਲਕੁਲ, ਉਹਨੂੰ ਸਿੰਪਥੀ ਵੋਟ ਮਿਲ ਰਹੀ ਸੀ, ਹੈ ਨਾ। ਪਰ ਕੀ ਹੁਣ ਉਹ ਬੇਭਰੋਸਗੀ ਹੋ ਗਈ? ਪਰ ਮੈਂ ਅਜੇ ਵੀ ਪ੍ਰਵੀਨ ਜੀ, ਇਸ ਨਾਲੋਂ ਵੱਡਾ ਸਵਾਲ ਸੁਰਜੀਤ ਕੌਰ ਨਾਲੋਂ ਵੀ, ਮਤਲਬ ਉਹਦੇ ਰਾਜਨੀਤਿਕ ਅਕਸ ਨਾਲੋਂ ਵੀ ਜ਼ਿਆਦਾ ਵੱਡਾ ਸਵਾਲ ਮੈਂ ਮੁੱਖ ਮੰਤਰੀ ਦੇ ਅਕਸ ਨੂੰ ਮੰਨਦਾ। ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇਹਦਾ ਮਤਲਬ ਕਿਸ ਲੈਵਲ ਤੇ ਰਾਜਨੀਤੀ ਦਾ ਪੱਧਰ ਆ ਗਿਆ ਕਿ ਤੁਹਾਡੇ ਕੋਲ ਖੜ ਕੇ ਬੰਦਾ, ਪੰਜਾਬ ਦੇ ਮੁਖੀ ਕੋਲ ਖੜ ਕੇ ਬੰਦਾ ਪਾਰਟੀ ਤੁਹਾਡੀ 'ਚ ਸ਼ਾਮਲ ਹੋ ਰਿਹਾ ਤੇ ਤਾਂ ਵੀ ਵਾਪਸ ਜਾ ਰਿਹਾ, ਇਹਦਾ ਮਤਲਬ ਤੁਹਾਡੇ ਤੇ ਯਕੀਨ ਨਹੀਂ ਰਿਹਾ। ਹਾਂਜੀ ਬਿਲਕੁਲ ਸਹੀ ਹੈ। ਤੇ ਕੀ ਮੁੱਖ ਮੰਤਰੀ 24 ਘੰਟੇ ਪਾਰਟੀ ਵਰਕਰ ਜੋ ਹੀ ਕੰਮ ਕਰੀ ਜਾਂਦੇ ਨੇ? ਉਹਨਾਂ ਦਾ ਇਹੀ ਕੰਮ ਰਹਿ ਗਿਆ ਕਿ ਜਿਹੜਾ ਆਵੇ ਤੇ ਸ਼ਾਮਲ ਕਰੋ, ਰਲਾਵੋ? ਇਹ ਵੀ ਆਪਣੇ ਆਪ ਸਵਾਲ। ਜਲੰਧਰ ਪੱਛਮੀ ਹਲਕਾ ਪੰਜਾਬ ਦੇ ਸਭ ਤੋਂ ਕਮਜ਼ੋਰ, ਆਰਥਿਕ ਤੌਰ ਤੇ ਕਮਜ਼ੋਰ ਹਲਕਿਆਂ ਚੋਂ ਇੱਕ ਹੈ। ਠੀਕ ਹੈ ਜੀ। ਪੂਰੇ ਜਲੰਧਰ ਦਾ ਉਹ ਹਲਕਾ ਹੈ ਜਿੱਥੇ ਖੇਡਾਂ ਦਾ ਹੱਬ ਹੈ, ਜਿੱਥੇ ਚਮੜੇ ਦੇ ਉਦਯੋਗ ਦੀ ਹੱਬ ਹੈ। ਇਸ ਜਲੰਧਰ ਪੱਛਮੀ ਦੇ ਖੇਤਰ ਦੇ ਵਿੱਚ ਸਭ ਤੋਂ ਵੱਧ ਮਤਲਬ ਭਗਤ ਭਾਈਚਾਰਾ, ਰਵਿਦਾਸ ਭਾਈਚਾਰਾ, ਵਾਲਮੀਕੀ ਭਾਈਚਾਰਾ ਵੱਡੀ ਗਿਣਤੀ 'ਚ ਰਹਿੰਦਾ। ਔਰ ਇੱਥੇ ਵੱਡੀ ਗਿਣਤੀ 'ਚ ਕਿਸੇ ਸਮੇਂ ਚਮੜੇ ਦਾ ਉਦਯੋਗ, ਹੈ ਨਾ, ਬੂਟਾ ਮੰਡੀ, ਬੂਟ ਦਾ ਕਾਰੋਬਾਰ, ਫਿਰ ਉਹਦੇ ਨਾਲ ਆ ਫੁੱਟਬਾਲਾਂ, ਹਾਕੀਆਂ, ਇਹ ਸਾਰਾ ਇੱਥੋਂ ਬਣਦਾ। ਹਾਂਜੀ ਬਿਲਕੁਲ। ਪਰ ਅੱਜ ਦੀ ਤਰੀਕ ਦੇ ਵਿੱਚ ਬਣਦਾ ਕੁਛ ਨਹੀਂ, ਵਿਕਦਾ ਬਹੁਤ ਕੁਛ ਹੈ। ਚਾਹੇ ਉਹ ਚਿੱਟਾ ਵਿਕਦਾ ਤੇ ਚਾਹੇ ਚੀਨ ਤੋਂ ਲਿਆਂਦਾ ਹੋਇਆ ਇਹ ਖੇਡਾਂ ਦਾ ਸਮਾਨ ਵਿਕਦਾ। ਅੱਜ ਇਹ ਵੀ ਹਲਕਾ ਉਸੇ ਮਾਰ ਹੇਠ ਹੈ। ਇੱਕ ਗਰਾਊਂਡ ਹੈ ਤੇ ਉੱਥੇ ਕਹਿੰਦੇ ਬਹੁਤ ਸੰਘਣਾ ਦਰਖਤ ਹੈ, ਤੇ ਉਹ ਸੰਘਣੇ ਦਰਖਤ ਦੇ ਥੱਲੇ ਦਿਨ 'ਚ ਨੌਜਵਾਨ ਬੈਠੇ ਦਿਖਦੇ ਤੇ ਸ਼ਾਮ ਨੂੰ ਸਰਿੰਜਾਂ ਦੇ ਢੇਰ ਮਿਲਦੇ ਆ। ਇਹ ਇਸ ਹਲਕੇ ਦੀ ਤਰਾਸਦੀ ਹੈ ਜੀ। ਕਈ ਘਰ ਦਿਨਾਂ ਦੇ ਵਿੱਚ ਉੱਥੇ 7-7 ਮੰਜ਼ਿਲੇ ਬਣ ਗਏ, ਗੱਡੀਆਂ ਖੜ ਗਈਆਂ। ਇਹ ਤਰਾਸਦੀ ਹੈ ਕਿ ਇਹਦਾ ਮਤਲਬ ਉੱਥੇ ਕੁੜੀਆਂ ਵਿਕਦੀਆਂ। ਸੋ ਪਰ ਇੱਥੇ ਦਲ ਬਦਲੀਆਂ ਵੀ ਜੰਮ ਕੇ, ਇਸੇ ਹਲਕੇ 'ਚ ਸ਼ਹੀਦ ਰਿੰਕੂ ਰਹਿੰਦਾ, ਇਸੇ ਹਲਕੇ 'ਚ ਸ਼ੀਤਲ ਉਗਰਾਹ ਰਹਿੰਦਾ, ਇਸੇ ਹਲਕੇ ਦੇ ਵਿੱਚ ਸੁਰਜੀਤ ਕੌਰ ਰਹਿੰਦੀ ਹੈ। ਸੋ ਇਹ ਸਾਰੇ ਵਰਤਾਰੇ ਨੇ ਸਿਆਸੀ ਸਿਸਟਮ ਤੇ ਸਵਾਲ ਖੜਾ ਕੀਤਾ। ਉੱਥੇ ਆਮ ਆਦਮੀ ਪਾਰਟੀ ਤੇ ਵੀ ਸਵਾਲ ਖੜਾ ਹੋ ਗਿਆ ਤੇ ਇਹਦੇ ਨਾਲ ਨਾਲ ਅਕਾਲੀ ਦਲ ਨੂੰ ਵੀ ਮੁੜ ਕੇ ਬਚਣ ਦੀ ਲੋੜ ਹੈ ਕਿ ਜਿਹੜੇ ਤੱਕੜੀ ਦੇ ਚੋਣ ਨਿਸ਼ਾਨ ਨੂੰ ਲੈ ਕੇ ਲੋਕ ਆਪਣੇ ਆਪ ਨੂੰ ਧਨ ਸਮਝਦੇ ਸੀ, ਅੱਜ ਉਹਨੂੰ ਛੱਡ ਕੇ ਜਾ ਰਿਹਾ ਤੇ ਤੁਹਾਨੂੰ ਮਿੰਨਤਾਂ ਕਰਕੇ ਵਾਪਸ ਲਿਆਉਣੇ ਪੈ ਰਹੇ ਆ। ਇਹ ਹਾਲਾਤ ਕਿਉਂ ਬਣੇ? ਜੀ। ਸੋ ਇਹ ਸਾਰਾ ਵਰਤਾਰਾ ਹੋਣ ਦੇ ਬਾਵਜੂਦ ਵੀ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਲੱਗ ਰਹੇ। ਤਾਂ ਇਹ ਤੋਂ ਪਹਿਲਾਂ ਸੁਰਜੀਤ ਕੌਰ ਤੋਂ ਲਿਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਾਬਕਾ ਡਿਪਟੀ ਮੇਅਰ ਰਿਹਾ ਉੱਥੇ ਕਮਲਜੀਤ ਸਿੰਘ ਭਾਟੀਆ, ਠੀਕ ਹੈ ਜੀ, ਉਹਨੂੰ ਵੀ ਮੁੱਖ ਮੰਤਰੀ ਸਾਹਿਬ ਨੇ ਸ਼ਾਮਲ ਕੀਤਾ ਸੀਗਾ ਆਪਣੇ ਉਸੇ ਜਲੰਧਰ ਵਾਲੇ ਕਿਰਾਏ ਵਾਲੇ ਘਰ 'ਚ। ਹਾਂਜੀ। ਭਾਟੀਆ ਹੋਰਾਂ ਕੋਲ ਕਹਿੰਦੇ 4 ਛਿੱਲੜ ਵੀ ਹੈਗੇ
ਲੋਕ ਵੀ ਹੈਗੇ, ਤੇ ਇਸ ਲਈ ਕਹਿੰਦੇ ਆਮ ਆਦਮੀ ਪਾਰਟੀ ਨੂੰ ਲੱਗਾ ਲੈ ਵੀ ਗੱਲ ਬਣ ਗਈ ਇਹਦੇ ਆਉਣ ਨਾਲ ਤਾਂ ਕਿ ਮਹਿੰਦਰ ਭਗਤ ਦੀ ਗੱਲ ਬਣ ਜਾਣੀ ਆ ਹੁਣ, ਸਾਡੀ ਗੱਲ ਚੱਲ ਪਈ। ਪਰ 27,000 ਦਾ ਪਾੜਾ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ, ਹਾਂਜੀ ਹਾਂਜੀ ਬਿਲਕੁਲ, ਉਹ ਪੂਰਾ ਕਰਨ ਦਾ ਕੰਮ ਕੀ ਗੱਲਾਂ ਭਾਟੀਆ ਸਾਂਭ ਲੇਗਾ? ਕਿਉਂਕਿ ਜਦੋਂ ਭਾਟੀਆ ਇਹਨਾਂ ਅਹੁਦਿਆਂ ਤੇ ਸੀ, ਸਾਬਕਾ ਡਿਪਟੀ ਮੇਅਰ ਜਾਂ ਇਹਨਾਂ ਅਹੁਦਿਆਂ ਤੇ ਰਿਹਾ, ਤਾਂ ਉਦੋਂ ਤਾਂ ਉੱਥੋਂ ਦੇ ਵਾਲਮੀਕੀ ਭਾਈਚਾਰੇ ਨਾਲ ਪੇਚਾ ਪੈ ਗਿਆ ਸੀ। ਤੇ ਕਹਿੰਦੇ ਕਿ ਸਪਾਈ ਸੇਵਕ ਹੋਣ, ਵਾਲਮੀਕੀ ਭਾਈਚਾਰੇ ਦੇ ਨੁਮਾਇੰਦੇ ਹੋਣ, ਉਹਨਾਂ ਬਾਰੇ ਇੰਨੇ ਹਲਕੇ ਸ਼ਬਦ ਬੋਲਤੇ, ਭਾਟੀਏ ਦੇ ਸਵਾਲ ਖੜੇ ਨੇ ਕਿ ਉਹਨਾਂ ਨੇ ਬੋਲਤੇ ਜਿਹਨਾਂ ਟਕਰਾਅ ਤੱਕ ਵਧਿਆ ਕਿ ਉਹਦੇ ਦਫ਼ਤਰ 'ਚ ਲਿਆ ਕੇ ਕੂੜਾ ਤੱਕ ਸੁੱਟਣਾ ਪੈ ਗਿਆ ਸੀ ਉਹਨਾਂ ਨੂੰ। ਅੱਛਾ। ਤੇ ਕਹਿੰਦੇ ਹੁਣ ਭਾਟੀਏ ਨੂੰ ਜਿੱਦਾਂ ਹੀ ਆਮ ਆਦਮੀ ਪਾਰਟੀ ਨਾਲ ਲਿਆਈ, ਵਾਲਮੀਕੀ ਭਾਈਚਾਰਾ ਖਾਸਾ ਦੂਰ ਹੋ ਗਿਆ ਆਮ ਆਦਮੀ ਪਾਰਟੀ, ਤੇ ਇਸ ਹਲਕੇ 'ਚ ਖਾਸੀ ਭੂਮਿਕਾ ਰੱਖਦਾ। ਸੋ ਇਸ ਹਵਾਲੇ ਨਾਲ ਵੀ ਕਾਫੀ ਚਰਚਾ ਜੀ। ਸੋ ਹੁਣ ਇਹ ਕਿਸੇ ਲਈ ਵੀ ਸਾਨਪਿੜ ਨਹੀਂ ਹੈ, ਸਾਰਿਆਂ ਦੇ ਲਈ ਖਿੱਚੋਤਾਣਾ। ਔਰ ਆਪਾਂ ਪਹਿਲਾਂ ਗੱਲ ਕਰਦੇ ਆਏ ਹਾਂ ਕਿ ਜੇ ਉਮੀਦਵਾਰ ਪੱਟਣ ਤੱਕ ਦੀ ਸਥਿਤੀ ਬਣ ਰਹੀ ਆ, ਹੈ ਨਾ, ਉਹ ਵੀ ਮੁੱਖ ਮੰਤਰੀ ਤੋਂ ਪਾਰਟੀ ਦੇ ਸੁਪਰੀਮੋ ਦੇ ਰੂਪ 'ਚ ਕਰਵਾਈ ਜਾ ਰਹੀ ਆ, ਤਾਂ ਇਹਦਾ ਮਤਲਬ ਜਲੰਧਰ ਪੱਛਮੀ ਕਿੰਨਾ ਨੱਕ ਦਾ ਸਵਾਲ, ਕਿੰਨਾ ਅਹਿਮ ਬਣਿਆ ਹੋਇਆ, ਆਪਾਂ ਪਹਿਲਾਂ ਗੱਲ ਕਰ ਚੁੱਕੇ ਸੀ, ਅੱਜ ਉਹਦਾ ਪ੍ਰਗਟਾਵਾ ਹੋ ਰਿਹਾ। ਤੇ ਪਰ ਅਕਾਲੀ ਦਲ ਨੂੰ ਵੀ ਮੁੜ ਕੇ ਸੋਚਣ ਦੀ ਲੋੜ ਹੈ ਕਿ ਅਸੀਂ ਕਿਸ ਹਾਲਾਤ 'ਚ ਆ ਗਏ ਹਾਂ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਲੋਕ ਸਭਾ ਦਾ ਉਮੀਦਵਾਰ ਵੋਟਾਂ ਮੰਗਦਿਆਂ ਅਚਾਨਕ ਜਾ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਜਾਂਦਾ। ਹਰਦੀਪ ਬਟਰੇਲਾ ਹੋ ਰਹੀ ਆਪਾਂ, ਹੈ ਨਾ, ਚਰਚਾ ਕਰਦੇ ਰਹੇ ਹਾਂ, ਤੇ ਅੱਜ ਫੇਰ ਇੱਕ ਵਾਰ ਅਕਾਲੀ ਉਮੀਦਵਾਰ ਸਣੇ ਤੱਕੜੀ ਦੇ ਚੋਣ ਨਿਸ਼ਾਨ ਦੂਏ ਪਾਸੇ ਚਲਾ ਜਾਂਦਾ, ਬੇਸ਼ੱਕ ਮੋੜ ਲਿਆਂਦਾ, ਪਰ ਹੁਣ ਉਹ ਗੱਲ ਨਹੀਂ ਬਣਨੀ ਜੋ ਮਰਜ਼ੀ ਹੋ ਜਾਵੇ। ਸੋ ਜਲੰਧਰ ਪੱਛਮੀ ਦੇ ਵਿੱਚ ਕਾਫੀ ਤਣਾਅ ਵਾਲਾ ਮਾਹੌਲ ਵੀ ਹੈ, ਸਹਿਮ ਵਾਲਾ ਮਾਹੌਲ ਵੀ ਹੈ, ਫਿਕਰ ਵਾਲਾ ਮਾਹੌਲ ਵੀ ਹੈ। ਬੀਬੀ ਅਜੇ ਬੋਲੀ ਨਹੀਂ ਖੁੱਲ ਕੇ ਬਾਤ ਸੁਣਨ ਤੋਂ ਬਾਅਦ। ਬਿਲਕੁਲ ਨਹੀਂ ਬੋਲੇ, ਉਹ ਤਾਂ ਖੁੱਲ ਕੇ ਨਹੀਂ ਬੋਲੇ। ਖਰ ਵੈਸੇ ਸਾਰੇ ਕਹਿ ਰਹੇ ਸੀ ਮਸਲੇ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਫੈਸਲੇ ਦੀ ਆਲੋਚਨਾ ਹੋ ਰਹੀ ਸੀ, ਔਰ ਇੱਕ ਧਿਰ ਹੈਗੀ ਹੈ ਜਿਹੜੀ ਉਹਨਾਂ ਦੇ ਨਾਲ ਸਹਿਮਤੀ ਰੱਖਦੀ, ਜਿਹੜੇ ਆਰਥਿਕ ਮਤਲਬ ਹਾਲਾਤਾਂ ਦਾ ਤੁਸੀਂ ਹਵਾਲਾ ਦਿੱਤਾ ਨਾ, ਉਸ ਪਰਿਵਾਰ ਦੀ ਸ਼ਾਖ ਚੰਗੀ ਹੈ, ਲੋਕਾਂ ਦੇ ਵਿੱਚ ਮੰਨੀ ਜਾਂਦੀ ਹੈ। ਉਹ ਜਿਹੜਾ ਲੋਕਲ ਇਲੈਕਸ਼ਨ ਉਹਦੇ ਵਿੱਚ ਇਸੇ ਕਰਕੇ ਆਪਣੀ ਸ਼ਾਖ ਦੇ ਆਧਾਰ ਤੇ ਉਹ ਜਿੱਤਦੇ ਆਏ ਨੇ। ਹਾਂਜੀ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵੱਡੇ ਲੀਡਰਾਂ ਦੀਆਂ ਪਤਨੀਆਂ ਦੇ ਬਾਰੇ। ਇਹਨਾਂ ਨੇ ਹੁਣ ਜਲੰਧਰ ਦੇ ਵਿੱਚ ਮੋਰਚਾ ਸੰਭਾਲਿਆ। ਦੇਖੋ, ਆਪਾਂ ਬਾਰ-ਬਾਰ ਪ੍ਰਵੀਨ ਜੀ ਗੱਲ ਕਰਦੇ ਆਏ ਆ ਕਿ ਜਲੰਧਰ ਪੱਛਮੀ 2027 ਦਾ ਰੋਡ ਮੈਪ ਹੈ। ਜਲੰਧਰ ਪੱਛਮੀ ਅਗਲੀਆਂ ਜਿਮਨੀ ਚੋਣਾਂ ਦਾ ਰਾਹ ਖੋਲਦਾ। ਸੋ ਇਸ ਲਈ ਕੋਈ ਵੀ ਧਿਰ ਇਸ ਨੂੰ ਹਲਕੇ 'ਚ ਨਹੀਂ ਛੱਡਣਾ ਚਾਹੁੰਦੀ, ਜਲੰਧਰ ਪੱਛਮੀ ਹਲਕੇ ਨੂੰ ਜੀ। ਤੇ ਫਿਰ ਲੀਡਰ ਮੁੱਖ ਮੰਤਰੀ ਸਾਹਿਬ ਨੇ ਤਾਂ ਘਰੇ ਲੈ ਲਿਆ ਉੱਥੇ, ਹੈ ਨਾ, ਆਪਣੀ ਧਰਮ ਪਤਨੀ ਨੂੰ, ਜਵਾਕੜੀ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਏ। ਤੇ ਇਸ ਲਈ ਫਿਰ ਉਹ ਮਹੀਨੇ ਖੰਡ ਦੀ ਜਵਾਕੜੀ ਤੇ ਉਹਦੀ ਮਾਤਾ ਡਾਕਟਰ ਗੁਰਪ੍ਰੀਤ ਕੌਰ ਨੂੰ ਤੁਸੀਂ ਵੋਟਾਂ ਮੰਗਣ ਲੱਗਾ। ਇਹਦਾ ਮਤਲਬ ਹਾਲਤ ਕਿੰਨੀ ਪਤਲੀ ਆ ਪਾਰਟੀਆਂ ਦੀ। ਚਰਨਜੀਤ ਚੰਨੀ ਕਹਿੰਦੇ ਕਿ ਭਾਈ ਮੈਨੂੰ ਤਾਂ ਇਸ ਹਲਕੇ 'ਚੋਂ 1500 ਦੀ ਲੀਡ ਮਿਲ ਗਈ ਸੀ, ਠੀਕ ਹੈ, 44,000 ਕੁਛ ਵੋਟ ਲੈ ਗਏ ਸੀ, 42,000 ਕੁਛ ਭਾਜਪਾ ਵਾਲਾ ਸ਼ਸ਼ੀਲ ਰਿੰਕੂ ਲੈ ਗਿਆ ਸੀਗਾ। ਤੇ ਚੰਨੀ ਕਹਿੰਦੇ ਮੈਨੂੰ ਤਾਂ 1500 ਦੀ ਮਿਲ ਗਈ, ਜੇ ਹੁਣ ਘਟ ਗਈ ਤਾਂ ਪਾਰਟੀ ਨੇ ਮੇਰੇ ਗੱਲ ਪੈ ਜਾਣਾ। ਤੇ ਇਸ ਲਈ ਆਪਣੀ ਧਰਮ ਪਤਨੀ ਡਾਕਟਰ ਕਮਲਜੀਤ ਕੌਰ ਨੂੰ ਕਹਿੰਦੇ ਕਿ ਆ ਭਾਈ ਤੂੰ ਸੰਭਾਲ ਮੋਰਚਾ, ਕਰ ਚੱਲ। ਅੱਛਾ। ਤੇ ਇੱਧਰ ਸ਼ੀਤਲ ਗੁਰਾਲ ਕਹਿੰਦਾ ਫਿਰ ਮੇਰੇ ਵਾਲੀ ਪਿੱਛੇ ਕਿਉਂ ਰਹੇ, ਮੈਂ ਤਾਂ ਉਮੀਦਵਾਰ ਆ ਭਾਈ। ਅਗਲੇ ਨੇ ਵੀ। ਤੇ ਸ਼ਸ਼ੀਲ ਰਿੰਕੂ ਨੂੰ ਕਹਿੰਦੇ ਕਿ ਤੇਰੀ ਜ਼ਿੰਮੇਵਾਰੀ ਬਣਦੀ ਆ। ਉਹ ਕਹਿੰਦਾ ਸੁਨੀਤਾ ਰਿੰਕੂ ਜੀ ਚਲੋ ਤੁਸੀਂ ਵੀ। ਸੁਨੀਤਾ ਰਿੰਕੂ ਵੀ ਇਸ ਹਲਕੇ ਤੋਂ MC ਰਹੀ ਆ, ਉਹ ਵੀ ਚੱਪੇ ਦੀ ਵਾਕਫ ਆ। 2 MC ਉਮੀਦਵਾਰ ਪਹਿਲਾਂ ਹੀ ਮੈਦਾਨ 'ਚ ਨੇ, ਜਿਨ੍ਹਾਂ 'ਚ ਕਾਂਗਰਸ ਦੀ ਉਮੀਦਵਾਰ ਵੀ ਤੇ ਅਕਾਲੀ ਦਲ ਵਾਲੀ ਉਮੀਦਵਾਰ ਵੀ। ਸੋ ਇਹ ਵੀ MC ਰਹੀਆਂ। ਸੋ ਇਸ ਲਈ ਸਥਾਨਕ ਜਾਣੂ ਹੋਣ ਦੇ ਨਾਤੇ ਸੁਨੀਤਾ ਰਿੰਕੂ ਵੀ ਮੈਦਾਨ 'ਚ। ਤੇ ਇੱਧਰ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਰਾਜਾ ਵੜਿੰਗ, ਉਹਨਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ, ਉਹ ਤਾਂ ਕਹਿੰਦੀ ਸਰਟੀਫਿਕੇਟ ਕੋਰਸ ਕਰ ਲਿਆ, ਮੈਂ ਤਾਂ ਹੁਣ ਪੂਰਾ ਵੋਟਾਂ ਮੰਗਣ ਦਾ, ਅਸਲੀ ਤਾਂ ਮੈਨੂੰ ਆਉਂਦੀਆਂ ਵੋਟਾਂ ਮੰਗਣੀਆਂ। ਸੋ ਉਹ ਇੱਥੇ ਫੇਰ ਮੈਦਾਨ 'ਚ ਨਿੱਤਰੇ ਨੇ। ਤੇ ਅਗਲੀ ਕਹਿੰਦੀ ਮੇਰੇ ਕੋਲ ਜਿੱਤਣ ਵਾਲਾ ਟੈਗ ਵੀ ਹੈ, ਜੇ ਮੈਂ ਵੋਟਾਂ ਮੰਗਣ ਜਾਣੀ ਹੈ ਤਾਂ ਮੈਂ ਜਿਤਾ ਕੇ ਆਉਣੀ ਆ। ਤੇ ਉਹਦੀ ਪ੍ਰੈਕਟਿਸ ਵੀ ਅਗਲੀ ਕਹਿੰਦੀ ਖਬਰ ਅਗਲੀ ਜਿਮਨੀ ਚੋਣ ਗਿੱਦੜਬਾਹਾ ਤੋਂ ਮੈਂ ਲੜਨੀ ਹੋਵੇ, ਇਸ ਲਈ ਮੇਰੀ ਪ੍ਰੈਕਟਿਸ ਨਾ ਕਿਤੇ ਕੁੜੀ ਪੈ ਜਾਵੇ, ਕੰਮ ਚੱਲਦਾ ਰਹੇ। ਪਹਿਲਾਂ ਲੁਧਿਆਣੇ ਸੀ ਤੇ ਹੁਣ ਜਲੰਧਰ। ਬਿਲਕੁਲ ਸਹੀ। ਸੋ ਇਸ ਲਈ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਦੀ ਪਤਨੀ ਡਾਕਟਰ ਕਮਲਜੀਤ ਕੌਰ, ਹੈ ਨਾ, ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ, ਸ਼ੀਤਲ ਉਗਰਾਲ ਦੀ ਧਰਮ ਪਤਨੀ, ਤੇ ਫਿਰ ਸ਼ਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ। ਸਾਰੀਆਂ ਬੜੀਆਂ ਪਾਰਟੀਆਂ ਦੇ ਮੁੱਖ ਲੀਡਰਾਂ ਨੇ ਆਪਣੀਆਂ ਧਰਮ ਪਤਨੀਆਂ ਨੂੰ ਵੋਟਾਂ ਮੰਗਣ ਲਈ ਮੈਦਾਨ 'ਚ ਉਤਾਰਿਆ। ਇਹੋ ਜਿਹੇ ਮਤਲਬ ਗਰਮੀ ਵਾਲੇ ਮੌਸਮ ਦੇ ਵਿੱਚ, ਹੈ ਨਾ, ਜਦੋਂ ਤਪਸ ਵੱਧ ਰਹੀ ਹੋਵੇ, ਜਦੋਂ ਕਿਤੇ ਚਾਰਕਣੀਆਂ ਪੈਂਦੀਆਂ ਨਹੀਂ ਪੈਂਦੀਆਂ, ਇਸ ਲਈ ਕਿੰਨੀ ਪਾਰਟੀਆਂ ਦੀ ਹਾਲਤ ਪਤਲੀ ਹੈ। ਔਰ ਕਿਹੋ ਜਿਹੀ ਜੱਦੋਜਹਿਦ ਵਾਲੀ ਜਲੰਧਰ ਪੱਛਮੀ ਦੀ ਸੀਟ ਬਣ ਗਈ ਹੈ, ਉਹਦਾ ਇਹ ਦ੍ਰਿਸ਼ ਹੈ ਕਿ ਘਰ ਘਰ ਜਾ ਕੇ ਇਹਨਾਂ ਲੀਡਰਾਂ ਦੀਆਂ ਧਰਮ ਪਤਨੀਆਂ ਨੂੰ, ਬੀਬੀਆਂ ਨੂੰ ਜੱਫੀਆਂ ਵੀ ਪਾਉਣੀਆਂ ਪੈਂਦੀਆਂ, ਪੈਰੀ ਹੱਥ ਵੀ ਲਾਉਣੇ ਪੈਂਦੇ ਆ,
ਤੇ ਜਵਾਕ ਵੀ ਉਹਨਾਂ ਦੇ ਚੱਕਣੇ ਪੈਂਦੇ ਆ, ਸਿਰ ਵੀ ਪੁਲਿਸਣੇ ਪੈਂਦੇ ਆ। ਸੋ ਇਹ ਸਾਰੀਆਂ ਤਸਵੀਰਾਂ ਖਿਚਵਾ ਕੇ ਉਹੀ ਕੋਸ਼ਿਸ਼ ਕਰਦੀਆਂ ਕਿ ਹਾਂ ਅਸੀਂ ਆਪਣੀ ਪਾਰਟੀ ਦੇ ਲਈ ਵੋਟਾਂ ਇਕੱਠੀਆਂ ਕਰ ਸਕੀਏ। ਸੋ ਕਿਹਦੀ ਘਰ ਵਾਲੀ ਦੀ ਮਤਲਬ ਕਿ ਇਹ ਵੋਟ ਮੰਗਣ ਦੀ ਪ੍ਰਤੀ ਸਫਲਤਾ ਵੱਲ ਲੈ ਕੇ ਜਾਊਗੀ, ਇਹ 13 ਜੁਲਾਈ ਦੱਸੂਗੀ। 10 ਨੂੰ ਵੋਟਾਂ, 13 ਜੁਲਾਈ ਨੂੰ ਨਤੀਜੇ। ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ। ਅੰਮ੍ਰਿਤਪਾਲ ਨੂੰ ਪੈਰੋਲ ਜਿਹੜੀ ਆ ਉਹ ਕਦੋਂ ਮਿਲੂਗੀ ਸ਼ਰਮਾ ਜੀ? ਕੀ ਜਿਹੜੀ ਮੈਂਬਰਸ਼ਿਪ ਆ ਲੋਕ ਸਭਾ ਦੀ ਉਹ ਵੀ ਖਤਰੇ ਦੇ ਵਿੱਚ? ਦੇਖੋ, ਪਿਛਲੇ ਦਿਨਾਂ ਤੋਂ ਇਹ ਜ਼ੋਰ ਅਜ਼ਮਾਇਸ਼ ਲਗਾਤਾਰ ਚੱਲ ਰਹੀ ਹੈ। ਆਪਾਂ ਇਸ ਨੂੰ ਖਬਰ ਦੇ ਹਵਾਲੇ ਨਾਲ ਵੀ ਕਰਦੇ ਰਹੇ ਹਾਂ ਕਿ ਜਦੋਂ ਵਿਅਕਤੀ ਚੁਣ ਲਿਆ ਜਾਂਦਾ ਹੈ ਸੰਸਦ ਮੈਂਬਰ ਵਜੋਂ ਲੋਕ ਫਤਵੇ ਦੇ ਨਾਲ, ਲੋਕਾਂ ਦੀ ਵੋਟਾਂ ਨਾਲ, ਤਾਂ ਉਹਦਾ ਸੰਵਿਧਾਨਕ ਤੇ ਕਾਨੂੰਨੀ ਹੱਕ ਬਣ ਜਾਂਦਾ ਕਿ ਉਹ ਸੰਸਦ ਦੀ ਸਹੁੰ ਚੁੱਕੇ। ਤੇ ਇਸ ਪ੍ਰਕਿਰਿਆ ਦੇ ਵਿੱਚ ਜਿਸ ਦਿਨ ਉਹ ਕੰਮ ਚਲਾਊ ਸਪੀਕਰ ਬਣਾ ਕੇ 2 ਦਿਨ ਸਹੁੰ ਚੁਕਾਈ ਗਈ ਲੋਕ ਸਭਾ ਮੈਂਬਰਾਂ ਨੂੰ, ਉਸ ਦਿਨ 6 ਮੈਂਬਰ ਹੈਗੇ ਸੀ ਜਿਹੜੇ ਸਹੁੰ ਨਹੀਂ ਚੱਕ ਸਕੇ। ਠੀਕ ਹੈ ਜੀ। ਉਹਨਾਂ ਚ 2 ਤਾਂ ਇਹ ਸੀਗੇ ਜਿਹੜੇ ਜੇਲ੍ਹ ਚ ਸੀਗੇ, ਜਿਨ੍ਹਾਂ ਚ ਅੰਮ੍ਰਿਤਪਾਲ ਸਿੰਘ ਤੇ ਰਾਸ਼ਿਦ ਸ਼ੇਖ, ਜਿਹੜਾ ਇੰਜੀਨੀਅਰ ਰਾਸ਼ਿਦ ਸ਼ੇਖ ਬਾਰਾਮੂਲਾ ਤੋਂ ਜਿੱਤੇ ਹੋਏ ਹੈ ਨਾ। ਸੋ ਇਹ 2 ਮੈਂਬਰਾਂ ਤੋਂ ਇਲਾਵਾ 4 ਮੈਂਬਰ ਹੋਰ ਸੀ, ਜਿਨ੍ਹਾਂ ਚ ਇੱਕ ਕਾਂਗਰਸ ਦਾ ਸੀਗਾ ਸ਼ਸ਼ੀ ਥਰੂਰ, ਉਹ ਉਸ ਦਿਨ ਸਹੁੰ ਨਹੀਂ ਚੁੱਕ ਸਕਿਆ ਉਹਨਾਂ 2 ਦਿਨਾਂ ਦਰਮਿਆਨ। ਇਸੇ ਤਰ੍ਹਾਂ TMC ਦੇ 3 ਸੀ, ਜਿਨ੍ਹਾਂ ਚ ਨਰੂਲ ਇਸਲਾਮ ਵੀ, ਦੀਪਕ ਅਧਿਕਾਰੀ ਵੀ ਤੇ ਸ਼ਤਰੂਘਨ ਸਿਨਹਾ ਵੀ। ਸੋ ਹੁਣ ਲਗਭਗ 3 ਨੇ ਸਹੁੰ ਚੁੱਕ ਲਈ ਆ। ਠੀਕ ਹੈ ਜੀ। ਜਿਨ੍ਹਾਂ ਚੋਂ ਸ਼ਸ਼ੀ ਥਰੂਰ ਵੀ ਚੱਕ ਗਿਆ, ਦੀਪਕ ਅਧਿਕਾਰੀ ਵੀ ਚੱਕ ਗਿਆ, ਨਰੂਲ ਇਸਲਾਮ ਵੀ ਚੱਕ ਗਿਆ। ਹੁਣ ਅੰਮ੍ਰਿਤਪਾਲ ਸਿੰਘ, ਰਾਸ਼ਿਦ ਸ਼ੇਖ ਤੇ ਸ਼ਤਰੂਘਨ ਸਿਨਹਾ ਰਹਿ ਗਏ। ਸੋ ਇਹ 3 ਨੇ ਅਜੇ ਸਹੁੰ ਚੁੱਕਣੀ ਆ। ਸ਼ਤਰੂਘਨ ਸਿਨਹਾ ਦਾ ਨਿੱਜੀ ਕਾਰਨ ਹੋ ਸਕਦਾ ਹੈ, ਰਾਸ਼ਿਦ ਤੇ ਅੰਮ੍ਰਿਤਪਾਲ ਦਾ ਤਾਂ ਮਾਮਲਾ ਹੀ NIA ਦੇ ਹਵਾਲੇ ਨਾਲ NSA ਲੱਗਿਆ ਤੇ ਉਧਰ ਉਹ ਤਿਹਾੜ ਜੇਲ੍ਹ ਚ ਬੰਦ ਤੇ ਡਿਬਰੂਗੜ੍ਹ ਜੇਲ੍ਹ ਚ ਬੰਦ। ਹੁਣ ਲੰਘੇ 2 ਦਿਨ ਪਹਿਲਾਂ ਰਾਸ਼ਿਦ ਸ਼ੇਖ ਦੇ ਹਵਾਲੇ ਨਾਲ NIA ਨੇ ਮਨਜ਼ੂਰੀ ਦੇ ਦਿੱਤੀ ਉਹਨਾਂ ਨੂੰ। ਜੀ। ਤੇ ਉਹ ਮਨਜ਼ੂਰੀ ਵਾਲਾ ਮਾਮਲਾ ਪਟਿਆਲਾ ਹਾਊਸ ਸੀਗਾ। ਕੱਲ ਦੇਰ ਸ਼ਾਮ ਕੋਰਟ ਨੇ ਵੀ ਮਨਜ਼ੂਰੀ ਦਿੱਤੀ ਕਿ 5 ਜੁਲਾਈ ਨੂੰ ਚੁਕਾਓ ਸਹੁੰ। ਠੀਕ ਹੈ ਜੀ। ਸੋ 5 ਜੁਲਾਈ ਨੂੰ ਉਹਨਾਂ ਨੂੰ 1 ਦਿਨ ਦੀ ਪੈਰੋਲ ਤੇ ਲਿਆ ਕੇ ਰਾਸ਼ਿਦ ਸ਼ੇਖ ਨੂੰ ਸੰਸਦ ਮੈਂਬਰੀ ਦੀ ਸਹੁੰ ਚੁਕਾਈ ਜਾਣੀ ਆ। ਉਹ ਸਪੀਕਰ ਦੇ ਕੈਬਿਨ ਚ ਲਿਜਾ ਕੇ ਉਹਨਾਂ ਨੂੰ ਸਹੁੰ ਚੁਕਾ ਦੇਣਗੇ, ਕਿਉਂਕਿ ਸੈਸ਼ਨ ਤਾਂ ਹੁਣ ਵੀ ਖਤਮ ਹੋ ਗਿਆ ਤੇ ਵੈਸੇ ਵੀ ਬਾਅਦ ਚ ਸਹੁੰ ਚੁਕਾਉਣੀ ਹੋਵੇ ਤਾਂ ਸਪੀਕਰ ਦੇ ਕੈਬਿਨ ਚ ਚੁਕਾਈ ਜਾਂਦੀ ਹੈ। ਸੋ ਇਸ ਲਈ ਰਾਸ਼ਿਦ ਸ਼ੇਖ ਵਾਲਾ ਵੀ ਹੋ ਗਿਆ ਤੇ ਸ਼ਤਰੂਘਨ ਸਿਨਹਾ ਵੀ ਕਿਸੇ ਦਿਨ ਆ ਕੇ ਚੁੱਕ ਲੈਣਗੇ। ਮਸਲਾ ਅੰਮ੍ਰਿਤਪਾਲ ਸਿੰਘ ਤੇ ਹੈ। ਠੀਕ ਹੈ ਜੀ। ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ 11 ਜੂਨ ਨੂੰ, 4 ਜੂਨ ਦੇ ਨਤੀਜੇ ਆਏ ਹੋਏ ਆ। 11 ਜੂਨ ਨੂੰ ਇਹਨਾਂ ਦੇ ਪਰਿਵਾਰਕ ਹਵਾਲਿਆਂ ਨਾਲ ਕਿ ਅੰਮ੍ਰਿਤਪਾਲ ਸਿੰਘ ਨੇ ਬਕਾਇਦਾ ਪੰਜਾਬ ਸਰਕਾਰ ਨੂੰ ਖੁਦ ਚਿੱਠੀ ਲਿਖੀ ਕਿ ਮੇਰਾ ਸੰਵਿਧਾਨਕ ਹੱਕ ਬਣਦਾ ਕਿ ਮੈਂ ਸਹੁੰ ਚੁੱਕਾਂ ਤੇ ਮੈਨੂੰ ਸਹੁੰ ਚੁੱਕਣ ਦੇ ਲਈ ਬਾਹਰ ਲਿਆਂਦਾ ਜਾਵੇ। ਠੀਕ ਹੈ ਜੀ। ਹੁਣ ਸਵਾਲ ਤਾਂ ਇਹ ਵੀ ਉੱਠਦਾ ਰਿਹਾ ਕਿ ਜੀ ਮਤਲਬ ਕਿ ਅੰਮ੍ਰਿਤਪਾਲ ਸਿੰਘ ਚੋਣ ਹੀ ਇਸ ਲਈ ਲੜੇ ਨੇ ਕਿ ਉਹ ਪੰਜਾਬ ਤਬਦੀਲ ਹੋ ਜਾਣ ਜਾਂ ਜਦੋਂ ਬਾਹਰ ਆ ਜਾਣ, ਹੈ ਨਾ। ਪਰ ਪਹਿਲਾਂ ਜਿਹੜਾ ਅਗਲੇ ਦਾ ਕਾਨੂੰਨੀ ਹੱਕ ਬਣਦਾ, ਸੰਵਿਧਾਨਕ ਹੱਕ ਬਣਦਾ, ਉਹਦੀ ਤਾਂ ਪੂਰਤੀ ਕਰਾਓ ਨਾ। ਹੁਣ ਹੋਇਆ ਕੀ ਕਿ ਇਹਨਾਂ ਦੇ ਵਕੀਲ ਨੇ ਕਿਹਾ ਕਿ ਅਸੀਂ ਪਾਈ ਚਿੱਠੀ, ਮਤਲਬ ਰਾਜਦੇਵ ਖਾਲਸਾ ਕਹਿੰਦੇ ਕਿ ਅਸੀਂ ਤਾਂ ਚਿੱਠੀ ਅੰਮ੍ਰਿਤਸਰ ਦੇ DC ਨੂੰ ਵੀ ਦਿੱਤੀ ਸੀ, ਕਿਉਂਕਿ ਅੰਮ੍ਰਿਤਸਰ ਦੇ ਵਿੱਚ NSA ਲੱਗਿਆ, ਉੱਥੋਂ ਹੀ ਕਾਰਵਾਈ ਤੁਰੀ ਹੈ। ਇਸ ਲਈ ਅਸੀਂ ਐਪਲੀਕੇਸ਼ਨ ਉੱਥੇ DC ਨੂੰ ਵੀ ਦਿੱਤੀ ਹੋਈ ਹੈ। ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੋਈ ਹੈ। ਹੁਣ ਪੰਜਾਬ ਸਰਕਾਰ ਨੂੰ ਭੇਜੀ ਚਿੱਠੀ ਤੇ DC ਨੂੰ ਲਿਖੀ ਚਿੱਠੀਆਂ ਜਦੋਂ ਇਕੱਠੀਆਂ ਹੋਈਆਂ ਤਾਂ ਉਸ ਚਿੱਠੀਆਂ ਦੇ ਹਵਾਲੇ ਨਾਲ ਹੁਣ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਅਸੀਂ ਆਪਣੀ ਕਾਰਵਾਈ ਪਾ ਕੇ ਚਿੱਠੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜਤੀ। ਹੁਣ ਬਿਰਲਾ ਸਾਹਿਬ ਜਾਣਨ। ਠੀਕ ਹੈ। ਹੁਣ ਬਿਰਲਾ ਸਾਹਿਬ ਜਾਣਨ ਦਾ ਮਤਲਬ ਕਿ ਇਸ ਪਹਿਲੂ ਤੇ ਸਵਾਲ ਆ ਗਿਆ ਕਿ ਜੇ 60 ਦਿਨ ਟੱਪ ਗਏ ਕੀ ਫਿਰ ਸੰਸਦ ਚੱਲ ਜਾਊਗੀ? ਚੁਣੇ ਹੋਏ ਸੰਸਦ ਮੈਂਬਰ ਨੂੰ, ਲੋਕ ਫਤਵੇ ਨਾਲ ਜਿੱਤੇ ਹੋਏ ਸੰਸਦ ਮੈਂਬਰ ਨੂੰ 60 ਦਿਨਾਂ ਦੇ ਅੰਦਰ ਅੰਦਰ ਲੋਕ ਸਭਾ ਮੈਂਬਰੀ ਦੀ ਸਹੁੰ ਚੁੱਕਣੀ ਜ਼ਰੂਰੀ ਹੈ, ਨਹੀਂ ਉਹਦੀ ਸੰਸਦ ਮੈਂਬਰੀ ਖਾਰਜ ਹੋ ਸਕਦੀ ਹੈ। ਸੋ ਇਸ ਸਥਿਤੀ ਨੇ ਜਦੋਂ ਸਵਾਲ ਪੈਦਾ ਕੀਤਾ ਤਾਂ ਉਹਦੇ ਵਿੱਚ ਇਹ ਹਵਾਲਾ ਆਇਆ ਕਿ ਇਹਦੇ ਨਾਲ ਹੋਏਗਾ ਕੀ ਹੁਣ। ਜੀ। ਕਿਉਂਕਿ ਜੇ ਤੁਸੀਂ 4 ਜੂਨ ਤੋਂ ਨਤੀਜੇ ਦੇਖਦੇ ਹੋ ਤਾਂ ਲਗਭਗ ਮਹੀਨਾ ਤਾਂ ਲੰਘ ਗਿਆ। ਤੇ ਜੇ ਮਹੀਨਾ ਲੰਘ ਗਿਆ ਤਾਂ ਫਿਰ ਮਹੀਨਾ ਬਚਿਆ। ਜੇ ਇਹਨਾਂ ਮਹੀਨੇ ਦੇ ਅੰਦਰ ਅੰਦਰ ਨਹੀਂ ਬਾਹਰ ਆਉਂਦਾ, ਅੰਮ੍ਰਿਤਪਾਲ ਨੂੰ ਨਹੀਂ ਸਹੁੰ ਚੁਕਾਈ ਜਾਂਦੀ, ਫਿਰ ਕੀ ਉਹਦੀ ਸੰਸਦੀ ਖਾਰਜ ਹੋ ਜਾਊਗੀ? ਹੁਣ ਇਸ ਮਸਲੇ ਤੇ ਵੀ ਰਾਜਦੇਵ ਖਾਲਸਾ ਚੰਗੀ ਤਰ੍ਹਾਂ ਵਾਕਫ ਨੇ। ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੀ ਟਿਕਟ ਦੇ ਉੱਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ, ਪਰ ਪਿਛਲੇ ਦਿਨੀ ਉਹਨਾਂ ਦੀ ਰਾਸ਼ਟਰੀ ਸਿੱਖ ਸੰਗਤ ਚ ਜਾਣ ਦੀ, ਫਿਰ RSS ਨਾਲ ਜਾਣ ਦੀ, ਫਿਰ BJP ਸ਼ਾਮਲ ਹੋਣ ਦੀ, ਉਹਨਾਂ ਦੇ ਅਹੁਦੇ ਲੈਣ ਦੀਆਂ ਉਹ ਵੀ ਖਬਰਾਂ ਨਸਰ ਹੁੰਦੀਆਂ ਰਹੀਆਂ। ਪਰ ਅੱਜ ਕੱਲ੍ਹ ਉਹ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਤੇ ਵਕੀਲ ਦੇ ਨਾਤੇ ਉਹ ਕਹਿੰਦੇ ਕਿ ਭਾਈ ਮੈਨੂੰ ਵਕਾਲਤ ਦੇ ਹਵਾਲੇ ਨਾਲ ਕਾਨੂੰਨੀ ਵੀ ਪਤਾ ਹੈ ਤੇ ਮੈਂ ਸੰਸਦ ਮੈਂਬਰ ਵੀ ਰਿਹਾ। ਕਹਿੰਦੇ ਠੀਕ ਹੈ, 60 ਦਿਨ ਵਾਲਾ ਇਹ ਨਿਯਮ ਹੁੰਦਾ ਹੈ। 60 ਦਿਨਾਂ ਸਹੁੰ ਨਾ ਚੁੱਕੇ ਤਾਂ ਬੰਦੇ ਦੀ ਖਾਰਜ ਹੋ ਜਾਂਦੀ ਹੈ। ਪਰ ਅੰਮ੍ਰਿਤਪਾਲ ਦੇ ਉੱਤੇ ਕਹਿੰਦੇ ਕਿਵੇਂ ਲਾਗੂ ਕਰੋਗੇ? ਉਹਦਾ ਜੇਲ੍ਹ ਚ ਉਹ ਆਪ ਥੋੜਾ ਆਉਣ ਵਾਲਾ ਟਾਲਾ ਵੱਟ ਰਿਹਾ। ਜਾਂ ਤਾਂ ਬੰਦਾ ਆਪ ਨਾ ਆਵੇ, ਜਦੋਂ ਬੰਦਾ ਆਉਣਾ ਚਾਹੁੰਦਾ ਹੈ ਤੇ ਕਹਿੰਦੇ ਸਪੀਕਰ ਸਾਹਿਬ ਨੂੰ ਵੀ ਪਤਾ ਹੈ, ਲੋਕ ਸਭਾ ਨੂੰ ਵੀ ਪਤਾ ਹੈ ਤੇ ਸਰਕਾਰਾਂ ਨੂੰ ਵੀ ਪਤਾ ਹੈ ਕਿ ਉਹਨਾਂ ਤੇ NSA ਲੱਗਿਆ। ਤੇ ਜੇ ਉਹਨਾਂ ਨੂੰ ਤੁਸੀਂ ਮਨਜ਼ੂਰੀ ਦਓਗੇ, ਚਾਹੇ ਉਹ ਜ਼ਮਾਨਤ ਦੇ ਰੂਪ ਚ, ਚਾਹੇ ਪੈਰੋਲ ਦੇ ਰੂਪ ਦੇ ਵਿੱਚ, ਚਾਹੇ ਕੁਝ ਘੰਟਿਆਂ ਦੇ ਲਈ, ਤਾਂ ਹੀ ਉਹ ਸਹੁੰ ਚੁੱਕਣ।
ਸੋ ਹੁਣ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਤੇ ਰਾਸ਼ਿਦ ਸ਼ੇਖ ਨੂੰ ਮਤਲਬ ਮਿਲੀ 5 ਜੁਲਾਈ ਦੇ ਲਈ ਮਨਜ਼ੂਰੀ ਤੋਂ ਬਾਅਦ ਇਹ ਆਸ ਪੂਰੀ ਜਾਗੀ ਹੈ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਵੀ, ਅੰਮ੍ਰਿਤਪਾਲ ਦੇ ਵਕੀਲ ਨੂੰ ਵੀ, ਉਹਨਾਂ ਦੇ ਸਮਰਥਕਾਂ ਨੂੰ ਵੀ, ਉਹਨਾਂ ਦੇ ਵੋਟਰਾਂ ਨੂੰ ਵੀ, ਕਿ ਹਾਂ ਜਲਦੀ ਹੀ ਹੁਣ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਵੀ ਲੋਕ ਸਭਾ 'ਚ ਲਿਜਾ ਕੇ ਸਪੀਕਰ ਵੱਲੋਂ ਸੰਸਦੀ ਮੈਂਬਰ ਦੀ ਸਹੁੰ ਚੁਕਾਈ ਜਾਊਗੀ। ਸੋ ਇਸ ਦੇ ਲਈ ਹੁਣ ਇਹ ਆਉਂਦੇ ਦਿਨਾਂ ਦੇ ਵਿੱਚ ਦੇਖਿਆ ਜਾਊਗਾ ਕਿ ਕੀ ਹੁੰਦਾ, ਕਿਉਂਕਿ ਜਿੱਦਾਂ ਹੀ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਚਿੱਠੀ ਸਪੀਕਰ ਨੂੰ ਲਿਖਤੀ, ਪਰਿਵਾਰ ਨੇ, ਉਹਨਾਂ ਦੇ ਵਕੀਲ ਨੇ ਹੁਣ ਸਮਾਂ ਮੰਗਿਆ ਸਪੀਕਰ ਤੋਂ ਵੀ ਮੁਲਾਕਾਤ ਦਾ। ਤੇ ਇੱਧਰ ਇਹੀ ਪਹਿਲੂ ਹੈ ਕਿ ਅਗਲੇ 30 ਦਿਨਾਂ ਤੋਂ ਪਹਿਲਾਂ ਸਹੁੰ ਚੁਕਾਈ ਜਾਵੇ ਤਾਂ ਕਿ 60 ਦਿਨ ਦਾ ਸਮਾਂ ਬੀਤਣ ਤੋਂ ਬਾਅਦ ਕਿਸੇ ਨੂੰ ਬਹਾਨਾ ਨਾ ਮਿਲ ਜਾਵੇ। ਜੀ ਜੀ। ਤੇ ਆਪਾਂ ਜਾਂਦੇ ਜਾਂਦੇ ਗੱਲ ਕਰੀਏ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਬੰਦ ਨੇ 254 ਭਾਰਤੀ, ਉਹਨਾਂ ਦੇ ਬਾਰੇ ਹੁਣ ਖਬਰ ਆਈ ਹੈ ਕਿ 254 ਭਾਰਤੀ ਕੈਦੀ ਬੰਦ ਹੈ। ਤੇ ਸ਼ਰਮਾ ਜੀ, ਇਹ ਮੇਰਾ ਖਿਆਲ ਅਜਿਹਾ ਮਸਲਾ ਜਿਹੜਾ ਕਦੇ ਹੀ ਸਰਕਾਰਾਂ ਦੇ ਧਿਆਨ ਦੇ ਵਿੱਚ ਜਾਂ ਮੀਡੀਆ ਦੇ ਧਿਆਨ ਦੇ ਵਿੱਚ ਆਉਂਦਾ। ਦੇਖੋ, ਵੈਸੇ ਤਾਂ ਦੋਵਾਂ ਮੁਲਕਾਂ ਦੇ ਵਿਚਾਲੇ ਜਿਹੜੀਆਂ ਦੋ ਜੰਗ ਹੋਈਆਂ ਸੀਗੀਆਂ 65 ਤੇ 71 ਵਾਲੀ ਹੈ ਨਾ, ਉਹਨਾਂ ਦੇ ਹਵਾਲੇ ਨਾਲ ਅਕਸਰ ਇਹ ਸਵਾਲ ਉੱਠਦੇ ਰਹੇ ਕਿ ਸਾਡੇ ਜੰਗੀ ਫੌਜੀ ਉੱਧਰ ਬੰਦ ਹੈ ਜੀ, ਸਾਡੇ ਜੰਗੀ ਫੌਜੀ ਉੱਧਰ ਬੰਦ ਹੈ। ਜਦੋਂ ਕਿ ਇਹ ਜੰਗ ਖਤਮ ਹੋਣ ਤੋਂ ਬਾਅਦ ਤਹਿਤ ਜਿਹੜਾ ਸਮਝੌਤਾ ਹੁੰਦਾ ਹੈ, ਜਿਹੜਾ ਇੱਕ ਇਹ ਨਿਯਮ ਹੈ ਨਾ ਜੰਗ ਦਾ, ਉਹਦੇ ਤਹਿਤ ਦੋਵਾਂ ਮੁਲਕਾਂ ਨੇ ਉਹ ਜੰਗੀ ਕੈਦੀ ਛੱਡਣੇ ਹੁੰਦੇ ਆ। ਤੇ ਉਸ ਹਵਾਲੇ ਨਾਲ ਕੁਝ ਉਹਨਾਂ ਨੇ ਵੀ ਛੱਡੇ, ਕੁਝ ਸਾਡੇ ਛੱਡੇ, ਪਰ ਅਜੇ ਵੀ ਲਾਪਤਾ ਹੋਣ ਦੇ ਹਵਾਲੇ ਨਾਲ ਕਈ ਵਾਰ ਖਬਰਾਂ ਆ ਜਾਂਦੀਆਂ ਸੀ ਕਿ ਭਾਰਤ ਦਾ ਇੱਕ ਫੌਜੀ ਉਸ ਜੇਲ੍ਹ 'ਚ ਬੰਦ ਹੈ ਜੀ। ਪਰਿਵਾਰ ਕਈ ਵਾਰ ਸਵਾਲ ਖੜੇ ਕਰਦਾ ਕਿ ਲਾਪਤਾ ਨਹੀਂ, ਉੱਥੇ ਬੰਦ ਹੈ ਜੀ, ਜਾਂ ਉੱਧਰੋਂ ਕਈ ਵਾਰ ਕੋਈ ਛੁੱਟ ਕੇ ਆਉਂਦਾ ਸੀ, ਉਹਦੇ ਹਵਾਲੇ ਆਉਂਦਾ ਸੀ ਕਿ ਹਾਂ ਸਾਨੂੰ ਉੱਥੇ ਇੱਕ ਬੰਦਾ ਮਿਲਿਆ ਜੀ ਜਿਹੜਾ ਇਸ ਸਥਿਤੀ 'ਚ ਹੈ। ਸੋ ਇਸ ਤਰ੍ਹਾਂ ਦੀ ਚਰਚਾਵਾਂ ਹੁੰਦੀ ਰਹੀ ਹੈ। ਹੁਣ ਫਿਰ ਪਾਕਿਸਤਾਨ ਦਮ ਭਰ ਰਿਹਾ ਕਿ ਨਹੀਂ ਜੀ, ਸਾਡੇ ਵੀ ਕਈ ਜੰਗੀ ਫੌਜੀ ਅਜੇ ਵੀ ਇੱਧਰ ਬੰਦ ਹੈ। ਜਦੋਂ ਇੱਧਰੋਂ ਭਾਰਤ ਕਹਿੰਦੀ ਸਵਾਲ ਹੁੰਦਾ ਤਾਂ ਪਾਕਿਸਤਾਨ ਮੁੱਕਰ ਜਾਂਦਾ, ਜਦੋਂ ਪਾਕਿਸਤਾਨ ਵਾਲੇ ਸਵਾਲ ਕਰਦੇ ਭਾਰਤ ਸਰਕਾਰ ਕਹਿੰਦੀ ਸਾਡੇ ਕੋਲ ਕੋਈ ਨਹੀਂ ਹੈ। ਪਰ ਜਿਹੜੇ ਕੈਦੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਕੈਦੀ ਉਹ ਨੇ ਜਿਹੜੇ ਸਰਹੱਦ ਟੱਪ ਗਏ ਜੀ, ਉਧਰ ਇੱਕ ਦੂਜੇ ਮੁਲਕ ਦੇ ਫੜੇ ਗਏ, ਜਾਂ ਖਾਸ ਕਰਕੇ ਜਿਹੜੇ ਮੱਛੀਆਂ ਫੜਨ ਦੇ ਹਵਾਲੇ ਨਾਲ ਸਮੁੰਦਰ 'ਚ, ਦਰਿਆਵਾਂ 'ਚ ਨਾ ਉੱਧਰ ਜਾਂਦੇ ਨੇ, ਖਾਸ ਕਰ ਸਮੁੰਦਰ ਦੇ ਹਵਾਲੇ ਨਾਲ ਜਿਹੜੀਆਂ ਉਹ ਮੱਛੀਆਂ ਫੜਨ ਲਈ ਜਾਂਦੇ ਨੇ ਕਿਸ਼ਤੀਆਂ ਸਣੇ, ਫਿਰ ਉਹਦੀ ਹੱਦ 'ਚ ਪਹੁੰਚ ਜਾਂਦੇ ਨੇ, ਫਿਰ ਇੱਕ ਦੂਜੇ ਨੂੰ ਫੜ ਲਏ ਜਾਂਦੇ। ਸੋ ਭਾਰਤ ਦੇ ਅੱਜ ਦੀ ਤਰੀਕ 'ਚ 254 ਭਾਰਤੀ ਕੈਦੀ ਪਾਕਿਸਤਾਨ ਦੀ ਗਿਰਫਤ 'ਚ ਨੇ, ਉਹਨਾਂ ਦੀਆਂ ਜੇਲ੍ਹਾਂ 'ਚ ਨੇ, ਜਿਨ੍ਹਾਂ 'ਚੋਂ ਪ੍ਰਵੀਨ ਜੀ 185 ਕੈਦੀ ਉਹ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਾਕਿਸਤਾਨ। ਅੱਛਾ। ਉਹਨਾਂ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਹੋਰ ਛੱਡੋ, ਇਹਨਾਂ 254 ਦੇ ਵਿੱਚ 47 ਭਾਰਤੀ ਕੈਦੀ ਅਜਿਹੇ ਨੇ ਜਿਨ੍ਹਾਂ ਨੂੰ ਕੌਂਸਲੇਟ ਜਨਰਲ ਵਾਲੀਆਂ ਸੇਵਾਵਾਂ ਵੀ ਉੱਥੇ ਉਪਲਬਧ ਨਹੀਂ ਕਰਾਈਆਂ ਜਾ ਰਹੀਆਂ, ਉਹਨਾਂ ਨਾਲ ਮੁਲਾਕਾਤ ਦਾ ਮੌਕਾ ਵੀ ਨਹੀਂ ਦਿੱਤਾ ਜਾ ਰਿਹਾ। ਇਹ ਉਹਨਾਂ ਦੇ ਹੱਕਾਂ ਤੇ ਵੀ ਡਾਕਾ ਹੈ। ਸੋ ਇਹ ਬੇਸ਼ੱਕ ਮਤਲਬ 2014 ਤੱਕ ਹੁਣ ਤੱਕ ਮਤਲਬ ਜੇ ਤੁਸੀਂ ਦੇਖੋ, ਆਪਾਂ 2014 ਤੋਂ ਪਾਕਿਸਤਾਨ 'ਚ ਹੈ ਨਾ, ਮਤਲਬ ਜੇ ਇਸ ਪ੍ਰਕਿਰਿਆ ਨੂੰ ਸਮਝਣਾ ਹੋਵੇ ਤਾਂ ਇਹ ਲੰਬੀ ਗਿਣਤੀ ਬਣ ਜਾਂਦੀ ਹੈ ਕਿ 2639 ਭਾਰਤੀ ਮੁਸ਼ਾਰੇ ਤੇ 71 ਨਾਗਰਿਕ ਵਾਪਸ ਲਿਆਂਦੇ ਗਏ ਨੇ ਹੁਣ ਤੱਕ, 2014 ਤੋਂ ਹੁਣ ਤੱਕ ਜੀ। ਤੇ ਲਗਭਗ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਹਾਂ 2700 ਦੇ ਕਰੀਬ, 2800 ਦੇ ਕਰੀਬ ਇਹ ਭਾਰਤੀ ਕੈਦੀ ਹੁਣ ਤੱਕ ਆਏ ਨੇ, ਕਿਉਂਕਿ ਇੱਕ ਨਿਯਮ 2008 ਦੇ ਵਿੱਚ ਬਣਿਆ ਸੀ। 2008 'ਚ ਇੱਕ ਸਮਝੌਤਾ ਹੁੰਦਾ ਦੋਵਾਂ ਮੁਲਕਾਂ ਦੇ ਵਿਚਾਲੇ ਕਿ ਹਰ ਸਾਲ ਦੀ 1 ਜੁਲਾਈ ਨੂੰ ਔਰ 1 ਜਨਵਰੀ ਨੂੰ ਅਸੀਂ ਆਪਣੇ ਕੈਦੀਆਂ ਦੀ ਸੂਚੀਆਂ ਦਾ ਆਦਾਨ ਪ੍ਰਦਾਨ ਕਰਕੇ ਉਹਦੇ ਨਵੇੜੇ ਵੱਲ ਵਧਿਆ ਕਰਾਂਗੇ। ਸੋ ਉਸ ਤਹਿਤ ਆਉਂਦੀ 1 ਜੁਲਾਈ ਨੂੰ ਇਹ ਡਾਟਾ ਸਾਹਮਣੇ ਆਇਆ ਕਿ ਭਾਰਤ ਦੇ 254 ਕੈਦੀ ਉਹਨਾਂ ਦੀ ਗਿਰਫਤ 'ਚ ਨੇ, ਜਿਨ੍ਹਾਂ 'ਚੋਂ 185 ਸਜ਼ਾ ਪੂਰੀ ਕਰ ਚੁੱਕੇ ਨੇ ਔਰ 47 ਉਹ ਨੇ ਜਿਨ੍ਹਾਂ ਨੂੰ ਉਹਨਾਂ ਦੀਆਂ ਸੇਵਾਵਾਂ ਨਹੀਂ ਮਿਲ ਰਹੀਆਂ, ਜਦੋਂ ਕਿ ਪਾਕਿਸਤਾਨ ਦੇ ਵੀ ਸਾਡੇ ਕੋਲ 366 ਪਾਕਿਸਤਾਨੀ ਨਾਗਰਿਕ ਨੇ ਤੇ 86 ਦੇ ਕਰੀਬ ਉਹਨਾਂ ਦੇ ਜਿਹੜੇ ਮੁਸ਼ਾਰੇ ਨੇ, ਮੱਛੀਆਂ ਫੜਨ ਵਾਲੇ ਨੇ, ਉਹ ਸਾਡੇ ਕੋਲ ਕੈਦ ਨੇ। ਤੇ 254 'ਚ ਇਸੇ ਤਰ੍ਹਾਂ ਸਾਡੇ 211 ਮੱਛੀਆਂ ਫੜਨ ਵਾਲੇ ਜਿਹੜੇ ਉੱਧਰ ਗਏ ਉਹ ਫੜੇ ਗਏ ਨੇ, ਤੇ 43 ਸਾਡੇ ਹੋਰ ਆਮ ਨਾਗਰਿਕ ਨੇ। ਸੋ ਹੁਣ ਇਹ ਸੂਚੀਆਂ ਦਾ ਆਦਾਨ ਪ੍ਰਦਾਨ ਤਾਂ ਹੋ ਗਿਆ, ਪਰ ਇਹਨਾਂ ਦੀ ਰਿਹਾਈ ਦਾ ਮੁੱਢ ਕਦੋਂ ਵੱਜੇਗਾ? ਖਾਸ ਕਰਕੇ 185 ਦਾ ਤਾਂ ਹੱਕ ਬਣਦਾ ਕਿ ਉਹਨਾਂ ਨੂੰ ਤੁਰੰਤ ਪਾਕਿਸਤਾਨ ਰਿਹਾ ਕਰੇ। ਜੀ ਜੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।